ਪਹਿਲਾਂ ਸਾਰੇ ਜਾਣੇ ਮੁਸਕਰਾਉਂਦਾ ਹੋਇਆ ਚਿਹਰਾ ਰੱਖੋ ਆਪਣਾ ਸੰਗਤ ਜੀ। ਸੋ ਅੱਜ ਅਸੀਂ ਟੌਪਿਕ ਲਿਆ ਵਿਸਾਖੀ ਦੇ ਉੱਤੇ। ਵਿਸਾਖੀ ਦਾ ਸਿੱਖ ਧਰਮ ਦੇ ਵਿੱਚ ਬਹੁਤ ਜ਼ਿਆਦਾ ਮਹੱਤਵ ਆ। ਇਹ ਜਿਹੜਾ ਮਹੀਨਾ ਹੀ ਆ ਨਾ, ਵਿਸਾਖ ਮਹੀਨਾ ਹੁਣ ਸ਼ੁਰੂ ਹੋ ਜਾਣਾ 14 ਤਰੀਕ ਤੋਂ, ਸੰਗਰਾਂਦ ਤੋਂ। ਸੋ ਇਹਦਾ ਪੂਰੇ ਤਾਂ ਵੈਸੇ ਤਾਂ ਹਿੰਦੁਸਤਾਨ ਦੇ ਵਿੱਚ ਇਹਦਾ ਬੜਾ ਮਹੱਤਵ ਆ, ਕਿਉਂਕਿ ਜਿਹੜਾ ਸੀਜ਼ਨ ਚੇਂਜ ਹੁੰਦਾ ਹੈ, ਬਨਸਪਤੀ ਮੌਲਦੀ ਹੈ, ਖੁਸ਼ੀਆਂ ਖੇੜਿਆਂ ਵਾਲਾ ਬੜਾ ਮਾਹੌਲ ਸੁੰਦਰ ਹੋ ਜਾਂਦਾ। ਸੋ ਇਹਦਾ ਆਪਣਾ ਸਿੱਖ ਧਰਮ ਵਿੱਚ ਕੀ ਇਤਿਹਾਸ ਆ ਵਿਸਾਖ ਮਹੀਨੇ ਦਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਵੀ ਵਿਸਾਖ ਮਹੀਨੇ ਵਿੱਚ ਹੀ ਹੋਇਆ ਸੀ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ। ਔਰ ਗੁਰੂ ਮਹਾਰਾਜ ਜੀ ਜਦੋਂ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਕਿਹਾ ਸੀ, ਜਦੋਂ ਵੇਈ ਨਦੀ ਵਿੱਚੋਂ ਬਾਹਰ ਆਏ ਸਨ 3 ਦਿਨਾਂ ਬਾਅਦ, ਤੇ ਗੁਰੂ ਮਹਾਰਾਜ ਨੇ ਜਦੋਂ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਇਹ ਸ਼ਬਦ ਉਚਾਰਨ ਕੀਤਾ ਸੀ, ਦੁਨੀਆ ਹਿਲਾ ਕੇ ਰੱਖ ਦਿੱਤੀ ਸੀ ਵੀ ਨਾ ਕੋਈ ਹਿੰਦੂ ਤੇ ਨਾ ਕੋਈ ਮੁਸਲਮਾਨ। ਸੋ ਏਡਾ ਵੱਡਾ ਇੱਕ ਜ਼ੁਰਤ ਕਰ ਦੇਣੀ ਇਸਲਾਮ ਧਰਮ ਹੋਵੇ ਉੱਥੇ ਬੈਠ ਕੇ ਹੀ ਕਹਿ ਦੇਣਾ। ਤੋ ਇਹ ਵੀ ਉਦੋਂ ਵਿਸਾਖੀ ਵਾਲਾ ਹੀ ਮਹੀਨੇ ਵਿੱਚ ਗੁਰੂ ਮਹਾਰਾਜ ਨੇ ਕਿਹਾ। ਔਰ ਜਦੋਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਪ੍ਰਚਾਰਕ ਦੌਰਿਆਂ ਦੇ ਉੱਤੇ ਤੁਰੇ ਨੇ, ਜਿਨ੍ਹਾਂ ਨੂੰ ਆਪਾਂ 4 ਉਦਾਸੀਆਂ ਵੀ ਕਹਿ ਦਿੰਦੇ ਹਾਂ, ਸੁਲਤਾਨਪੁਰ ਦੀ ਧਰਤੀ ਤੋਂ ਜਦੋਂ ਗੁਰੂ ਮਹਾਰਾਜ ਜੀ ਧਰਤੀ ਨੂੰ ਸੋਧਣ ਦੇ ਲਈ, ਲੋਕਾਈ ਨੂੰ ਸੋਧਣ ਦੇ ਲਈ ਜਿਸ ਦਿਨ ਚੱਲੇ ਨੇ, ਸਾਡਾ ਸੰਸਾਰ ਦਾ ਕਲਿਆਣ ਕਰਨ ਲਈ ਜਦੋਂ ਮਹਾਰਾਜ ਜੀ ਚੱਲੇ ਨੇ, ਉਹ ਵੀ ਵਿਸਾਖੀ ਦਾ ਹੀ ਮਹੀਨਾ। ਤੋ ਅੱਗੇ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਪ੍ਰਕਾਸ਼ ਵੀ ਵਿਸਾਖ ਮਹੀਨੇ ਦੇ ਵਿੱਚ ਹੀ ਹੈ। ਔਰ ਬੌਲੀ ਸਾਹਿਬ ਦੇ ਵਿੱਚ ਉੱਥੇ ਜਿਹੜਾ ਮਾਣਕ ਚੰਦ ਆ, ਬੌਲੀ ਦਾ ਜਿਹੜਾ ਕੜ ਆ, ਉਸ ਦਿਨ ਜਿਹੜਾ ਟੁੱਟਿਆ ਉਹ ਵੀ ਵਿਸਾਖੀ ਦਾ ਹੀ ਦਿਨ ਸੀ। ਭਾਈ ਸਾਹਿਬ ਭਾਈ ਮਾਣਕ ਚੰਦ ਜੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਿੱਖ ਜਿਹੜੇ ਨੇ, ਉਹਨਾਂ ਨੇ ਆਪਣਾ ਤਨ ਮਨ ਧਨ ਸਾਰਾ ਕੁਝ ਅਰਪਣ ਕਰ ਦਿੱਤਾ ਸੀ ਮਹਾਰਾਜ ਦੇ ਅੱਗੇ। ਮਤਲਬ ਬੌਲੀ ਦਾ ਕੜ ਤੋੜਨ ਦੇ ਲਈ ਕਿਸੇ ਨੂੰ ਅੰਦਰ ਜਾਣਾ ਪੈਣਾ ਸੀ, ਔਰ ਪਾਣੀ ਦਾ ਫਿਰ ਜਦੋਂ ਕੜ ਤੋੜਨਾ ਸੀ, ਪਾਣੀ ਦਾ ਇੰਨਾ ਫਲੋ ਹੋਣਾ ਸੀ ਕਿ ਉਹਨੇ ਉੱਥੇ ਮਿਸਤਰੀਆਂ ਨੇ ਕਹਿ ਦਿੱਤਾ ਸੀ ਵੀ ਉਹ ਹੁਣ ਮਚੇਗਾ ਨਹੀਂ, ਫਿਰ ਮਰ ਜਾਏਗਾ। ਸੋ ਮਾਣਕ ਚੰਦ ਨੇ ਕਿਹਾ ਸੀ ਕਿ ਮਹਾਰਾਜ ਜੀ ਮੈਂ ਜਾਵਾਂਗਾ, ਇਹ ਹੈ ਆਪਣਾ ਆਪ ਅਰਪਣ ਕਰ ਦੇਣਾ। ਸੋ ਲੱਗਾ ਲਿਆ, ਗੁਰੂ ਸਮਰੱਥ ਹੈ। ਸੋ ਹੋਇਆ ਵੀ ਇਸੇ ਤਰ੍ਹਾਂ, ਉਹ ਡੁੱਬ ਗਏ ਫਿਰ ਪਾਣੀ ਦੇ ਵਿੱਚ। ਲੇਕਿਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਉਹਨਾਂ ਨੂੰ ਜੀਵਨ ਦਾਨ ਵੀ ਬਖਸ਼ਿਆ। ਪਰ ਇੱਕ ਬੜੀ ਵੱਡੀ ਇਹ ਵੀ ਮਿਸਾਲ ਹੈ, ਸਿੱਖ ਐਵੇਂ ਆਪਣਾ ਆਪ ਸਮਰਪਿਤ ਕਰ ਦਿੰਦਾ ਆਪਣੇ ਗੁਰੂ ਦੇ ਅੱਗੇ। ਤੋ ਔਰ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਇਹ ਜਿਹੜਾ ਸਿੱਖ ਸੰਗਤਾਂ ਦਾ ਜੋੜ ਮੇਲਾ ਦਾ ਨਾ, ਮਹਾਰਾਜ ਨੇ ਮਰਿਆਦਾ ਬੰਨੀ ਸੀ ਕਿ ਸਾਰੇ ਸਿੱਖ ਜਿਹੜੇ ਨੇ ਜਿੱਥੇ ਜਿੱਥੇ ਵੀ ਰਹਿੰਦੇ ਨੇ ਦੂਰ ਦਰਾਡੇ, ਉਹ ਵਿਸਾਖੀ ਵਾਲੇ ਦਿਨ ਜ਼ਰੂਰ ਇਕੱਠੇ ਹੋਇਆ ਕਰ। ਉਦੋਂ ਤੋਂ ਮਰਿਆਦਾ ਬੰਨੀ ਚੱਲੀ ਆ ਰਹੀ ਸਿੱਖ ਧਰਮ ਵਿੱਚ। ਵਿਸਾਖੀ ਵਾਲੇ ਦਿਨ ਇਕੱਠੇ ਹੁੰਦੇ ਨੇ ਸਾਰੇ ਸਿੱਖ, ਸਤਸੰਗ ਕਰਦੇ ਨੇ, ਔਰ ਭਾਈਚਾਰਕ ਸਾਂਝ ਵੀ ਬਣਦੀ, ਇੱਕ ਦੂਸਰੇ ਦਾ ਹਾਲ ਚਾਲ ਵੀ ਪੁੱਛਿਆ ਜਾਂਦਾ, ਦੁੱਖ ਸੁੱਖ ਵੀ ਪਤਾ ਚੱਲਦਾ, ਆਪਣਾ ਸਾਂਝ ਵੀ ਬਣਦੀ ਆਪਸ ਦੇ ਵਿੱਚ। ਪੰਚਮ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਵੀ ਵਿਸਾਖੀ ਵਾਲੇ ਦਿਨ ਦਾ ਹੀ ਹੈ ਸੰਗਤ ਜੀ। ਹੁਣ ਜਦੋਂ 14 ਤਰੀਕ ਨੂੰ ਖਾਲਸਾ ਸਾਜਨਾ ਦਿਵਸ ਜਿਹੜਾ ਹੈ, ਔਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਦਿਵਸ ਵੀ ਉਸੇ ਦਿਨ ਹੈ, ਵਿਸਾਖ ਮਹੀਨੇ ਦੇ ਦਿਨ, ਮਤਲਬ ਜਿਸ ਦਿਨ ਵਿਸਾਖੀ ਦਾ ਦਿਨ ਹੈ। ਔਰ ਬੀਬੀ ਰਜਨੀ, ਉਹਦੇ ਪਤੀ ਨੇ ਜਦੋਂ ਇਸ਼ਨਾਨ ਕੀਤਾ ਸੀ, ਉਹ ਵੀ ਵਿਸਾਖੀ ਵਾਲਾ ਹੀ ਦਿਨ ਸੀ ਜਦੋਂ ਉਹਦਾ ਰੋਗ ਦੂਰ ਹੋਇਆ ਸੀਗਾ। 8ਵੇਂ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਸਤਿਗੁਰ ਸੱਚੇ ਪਾਤਸ਼ਾਹ ਜੀ, ਜਦੋਂ ਦਿੱਲੀ ਗੁਰਤਾ ਗੱਦੀ ਮਹਾਰਾਜ ਨੇ ਸੌਂਪੀ ਸੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ, ਜਦੋਂ ਵਚਨ ਕਹੇ ਸਨ ਕਿ ਅਗਲਾ ਗੁਰੂ ਜੋ ਹੈ ਬਾਬਾ ਬਕਾਲੇ, ਉਹ ਵੀ ਵਿਸਾਖੀ ਦਾ ਹੀ ਦਿਨ ਸੀ। ਔਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਬੋ ਕੀ ਤਲਵੰਡੀ, ਜਦੋਂ ਪੂਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪ ਉਚਾਰਨ ਕੀਤੀ, ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਤੋਂ ਲਿਖਵਾਈ, ਤੋ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਵੀ ਵਿਸਾਖੀ ਵਾਲੇ ਦਿਨ ਹੀ ਹੋਈ ਹੈ। ਸੋ ਇਸੇ ਫਿਰ ਵਿਸਾਖੀ ਵਾਲੇ ਦਿਨ 1699 ਦੀ ਵਿਸਾਖੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਜਿਹੜਾ ਹੈ ਸਾਜਨਾ ਦਿਵਸ, ਮਤਲਬ ਖਾਲਸੇ ਨੂੰ ਪ੍ਰਗਟ ਕੀਤਾ ਗੁਰੂ ਮਹਾਰਾਜ ਨੇ ਅਕਾਲ ਪੁਰਖ ਦੇ ਹੁਕਮ ਦੇ ਵਿੱਚ। ਸੋ ਖਾਲਸਾ ਸਾਜਨਾ ਦਿਵਸ, ਖਾਲਸਾ ਪ੍ਰਗਟ ਦਿਵਸ ਵੀ ਜਿਹੜਾ ਉਹ ਵਿਸਾਖੀ ਵਾਲੇ ਦਿਨ ਹੀ ਹੈ, ਕਿਉਂਕਿ ਇੱਕ ਤਾਂ ਸੰਗਤਾਂ ਉਦੋਂ ਇਕੱਠੀਆਂ ਹੁੰਦੀਆਂ ਸਨ। ਉਸ ਦਿਨ ਗੁਰੂ ਮਹਾਰਾਜ ਨੇ ਆਪਣੇ ਹੁਕਮਨਾਮੇ ਭੇਜੀਏ
ਸੰਗਤਾਂ ਨੂੰ ਕਿਹਾ ਜਿੱਥੇ-ਜਿੱਥੇ ਵੀ ਸਿੱਖ ਰਹਿੰਦੇ ਨੇ ਉਹ ਜ਼ਰੂਰ ਇੱਥੇ ਪਹੁੰਚਣ। ਸੋ ਬਹੁਤ ਵੱਡਾ ਇਕੱਠ ਹੋਇਆ। ਇਹ ਅਸੀਂ ਹੁਣ ਇਸ ਇਤਿਹਾਸ ਵੱਲ ਬਾਅਦ ਵਿੱਚ ਆਵਾਂਗੇ ਸੰਗਤ ਜੀ। ਪਹਿਲਾਂ ਅਸੀਂ ਇਹ ਦੇਖਦੇ ਹਾਂ ਵੀ ਕਾਰਨ ਕੀ ਹੋ ਗਿਆ ਗੁਰੂ ਮਹਾਰਾਜ ਨੇ ਖੰਡੇ ਬਾਟੇ ਦਾ ਅੰਮ੍ਰਿਤ ਕਿਉਂ ਛਕਾਇਆ? ਖਾਲਸਾ ਸਾਜਨਾ ਦਿਵਸੇ ਕਿਉਂ ਹੋਇਆ? ਇਹਦੇ 'ਚ ਬਹੁਤ ਵੱਡਾ ਕਾਰਨ ਆ ਔਰ ਪੂਰੇ ਹਿੰਦੁਸਤਾਨੀਆਂ ਦੇ ਬੱਚੇ ਨੂੰ ਵੀ ਰਿਣੀ ਆਪਣੇ ਆਪ ਨੂੰ ਮਹਿਸੂਸ ਕਰਨਾ ਚਾਹੀਦਾ ਵੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਡਾ ਤਾਂ ਕਿਣਕਾ ਕਿਣਕਾ ਰੋਮ ਰੋਮ ਪੂਰੇ ਹਿੰਦੁਸਤਾਨੀਆਂ ਦਾ ਕਰਜ਼ਾਈ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ। ਇਹ ਗੁਲਾਮ ਸੀ ਹਿੰਦੁਸਤਾਨ। ਮਹਾਭਾਰਤ ਦੀ ਜੰਗ ਤੋਂ ਬਾਅਦ ਉਸ ਤੋਂ ਬਾਅਦ ਕੀ ਹੋਇਆ ਕਿ ਕਿਉਂਕਿ ਵਰਨ ਵੰਡ ਤਾਂ ਸ਼ੁਰੂ ਤੋਂ ਹੀ ਚੱਲੀ ਆ ਰਹੀ ਸੀ ਮਨੂ ਸਮ੍ਰਿਤੀ ਦੇ ਸਮੇਂ ਤੋਂ, ਲੇਕਿਨ ਉਦੋਂ ਬ੍ਰਾਹਮਣਾਂ ਨੇ ਬਿਲਕੁਲ ਆਪਣਾ ਜਿਹੜਾ ਓਵਰਟੇਕ ਕਰ ਲਿਆ ਸਾਰਾ ਸਿਸਟਮ। ਤੋ ਜਿਹੜੇ ਸ਼ੂਦਰ ਸਨ, ਵੈਸ਼ ਸਨ, ਇਹਨਾਂ ਨੂੰ ਤਾਂ ਦੁਰਕਾਰ ਕੇ ਰੱਖਣਾ ਸ਼ੁਰੂ ਕਰ ਦਿੱਤਾ ਬ੍ਰਾਹਮਣਾਂ ਨੇ। ਤੋ ਬ੍ਰਾਹਮਣ ਆਪਸ ਵਿੱਚ ਵੀ ਈਰਖਾ ਕਰਦੇ ਨੇ ਵੀ ਮੈਂ ਪੂਜਾ ਲੈਣੀ, ਮੈਂ ਪੂਜਾ ਲੈਣੀ। ਬ੍ਰਾਹਮਣਾਂ ਦੀ ਬ੍ਰਾਹਮਣਾਂ ਵਿੱਚ ਵੀ ਈਰਖਾ ਔਰ ਵੈਸ਼ ਸ਼ੂਦਰ ਉਹਨਾਂ ਨੂੰ ਦੁਰਕਾਰ ਰਹੇ ਨੇ। ਖੱਤਰੀਆਂ ਨੂੰ ਕਹਿੰਦੇ ਨੇ ਤੁਸੀਂ ਸਾਡੀ ਰੱਖਿਆ ਦੇ ਲਈ ਹੋ। ਆਪ ਮਤਲਬ ਕਿਸਮ ਦੇ ਰਾਜੇ ਬਣੇ ਫਿਰਦੇ ਨੇ ਵੀ ਅਸੀਂ ਸਭ ਤੋਂ ਉੱਚੇ ਹਾਂ। ਸੋ ਇਹੋ ਜਿਹਾ ਜਦੋਂ ਮਾਹੌਲ ਹੋਵੇ ਮਤਲਬ ਆਪਣੇ ਘਰ ਦੇ ਵਿੱਚ ਹੀ, ਘਰ ਮਤਲਬ ਆਪਣੇ ਭਾਰਤ ਵਰਸ਼ ਦੇ ਵਿੱਚ ਹੀ ਇਹ ਜਿਹੜੇ ਲੋਕ ਨੇ ਆਪਸ ਵਿੱਚ ਵੰਡੇ ਹੋਏ ਨੇ, ਕੋਈ ਸਾਂਝ ਨਹੀਂ ਆਪਸ ਵਿੱਚ। ਬ੍ਰਾਹਮਣ ਆਪਣੇ ਹੰਕਾਰ ਵਿੱਚ ਫਿਰਦਾ, ਖੱਤਰੀ ਕਹਿੰਦਾ ਮੈਂ ਘੱਟ ਨਹੀਂ, ਮੈਂ ਸੂਰਬੀਰ ਯੋਧਾ ਆ, ਮੈਂ ਕਿਉਂ ਕਿਸੇ ਦੀ ਗੁਲਾਮੀ ਕਰਾਂ। ਸੋ ਇਵੇਂ ਆਪਸ ਦੇ ਵਿੱਚ ਇਹਨਾਂ ਦੀ ਫੁੱਟ ਪਈ ਹੋਈ ਹੈ, ਬਣਦੀ ਨਹੀਂ ਆਪਸ ਵਿੱਚ। ਦੁਖੀ ਨੇ ਲੋਕ, ਕੋਈ ਵੀ ਖੁਸ਼ ਨਹੀਂ, ਕੋਈ ਪ੍ਰਸੰਨ ਨਹੀਂ। ਤੋ ਫਿਰ ਕੀ ਹੋਇਆ? ਬੁੱਧ ਧਰਮ, ਜਿਹੜੇ ਬੁੱਧ ਜੀ ਨੇ ਬੁੱਧ ਧਰਮ ਦਾ ਪ੍ਰਸਾਰ ਕੀਤਾ। ਉਹਨਾਂ ਨੇ ਜਦੋਂ ਬੁੱਧ ਧਰਮ ਦਾ ਪ੍ਰਚਾਰ ਕੀਤਾ ਤਾਂ ਲੋਕਾਂ ਨੇ ਅਪਣਾਇਆ ਬੜੇ ਖੁਸ਼ ਹੋ ਕੇ, ਖਾਸ ਕਰਕੇ ਵੈਸ਼ ਸ਼ੂਦਰ ਜਿਨ੍ਹਾਂ ਨੂੰ ਦੁਰਕਾਰਿਆ ਜਾਂਦਾ ਸੀਗਾ। ਤਾਂ ਬੁੱਧ ਜੀ ਨੇ ਕਿਹਾ ਕੋਈ ਵਰਨ ਨਹੀਂ, ਮਹਾਤਮਾ ਬੁੱਧ ਨੇ। ਤਾਂ ਉਹਨਾਂ ਨੇ ਫਟਾਫਟ ਉਹ ਧਰਮ ਅਪਣਾਇਆ। ਖੱਤਰੀਆਂ ਨੇ ਵੀ ਅਪਣਾਇਆ, ਰਾਜੇ ਜਿਹੜੇ ਮਹਾਰਾਜੇ ਉਹ ਪ੍ਰਭਾਵਿਤ ਹੋਏ ਵੀ ਇਹ ਇੱਕ ਰਾਜੇ ਦਾ ਪੁੱਤਰ ਐਡਾ ਵੱਡਾ, ਖੁਦ ਮਤਲਬ ਇਹਨੇ ਰਾਜਾ ਬਣਨਾ ਸੀ, ਇਹ ਉਹ ਛੱਡ ਕੇ ਜਿਹੜਾ ਆ ਇੱਕ ਸੰਨਿਆਸੀ ਯੋਗੀ ਹੋ ਗਿਆ ਇੰਨੀ, ਤੇ ਇਹਨੇ ਨਿਰਵਾਣ ਪਦ ਪ੍ਰਾਪਤ ਕੀਤਾ। ਸੋ ਰਾਜੇ ਵੀ ਉਹਨਾਂ ਦੇ ਜਿਹੜੇ ਖੱਤਰੀ ਰਾਜੇ ਵੀ ਉਹਨਾਂ ਦੇ ਚਰਨਾਂ ਵਿੱਚ ਆਏ। ਮਹਾਤਮਾ ਬੁੱਧ ਨੇ ਇਹ ਤਾਂ ਬਹੁਤ ਅੱਛਾ ਮਤਲਬ ਕੀਤਾ ਕਿ ਜਿਹੜਾ ਹੈ ਕੋਈ ਵਰਨ ਨਹੀਂ, ਸਾਰੇ ਇੱਕੋ ਜਿਹੇ ਆ, ਅਸੀਂ ਸਾਰੇ ਜਣੇ। ਬਹੁਤ ਅੱਛੇ ਉਪਦੇਸ਼ ਮਹਾਤਮਾ ਬੁੱਧ ਜੀ ਦੇ, ਬੜੇ ਸਤਿਕਾਰਨਯੋਗ ਉਹਨਾਂ ਦੇ ਉਪਦੇਸ਼ ਨੇ। ਨਾਲ ਉਹਨਾਂ ਨੇ ਕਿਹਾ ਅਹਿੰਸਾ ਪਰਮੋ ਧਰਮਮ। ਉਹਦੇ ਨਾਲ ਕੀ ਹੋਇਆ? ਰਾਜਿਆਂ ਨੇ ਵੀ ਆਪਣੀਆਂ ਤਲਵਾਰਾਂ ਜਿਹੜੀਆਂ ਛੱਡ ਦਿੱਤੀਆਂ। ਸੋ ਹਿੰਦੁਸਤਾਨ ਦੇ ਲੋਕ ਜਿਹੜੇ ਆ ਉਹ ਆਪਣੀ ਰੱਖਿਆ ਕਰਨੀ ਵੀ ਭੁੱਲ ਗਏ। ਉਹ ਫਿਰ ਇਵੇਂ ਕੀ ਹੋਇਆ, ਹੁਣ ਇਹ ਹਥਿਆਰ ਚਲਾਉਣਾ, ਜੰਗਾਂ ਯੁੱਧਾਂ ਕਰਨੀਆਂ, ਉਹ ਇਹਨਾਂ ਦੀ ਟ੍ਰੇਨਿੰਗ ਜਿਹੜੀ ਖਤਮ ਹੋ ਗਈ। ਹੁਣ ਸਿਰਫ ਆਪਣੀ ਬੰਦਗੀ ਵਿੱਚ ਰਹਿੰਦੇ ਨੇ, ਆਪਣਾ ਨੇਕ ਜੀਵਨ ਜੀਂਦੇ ਨੇ। ਲੋਕ ਬੜੇ ਗਊ ਵਰਗੇ ਸੀਤਲ ਨੇ, ਅੱਛੇ ਲੋਕ ਨੇ, ਲੇਕਿਨ ਉਹ ਫਿਰ ਕਿਉਂਕਿ ਆਪਣੀ ਵੀ ਨਹੀਂ ਰੱਖਿਆ ਕਰ ਸਕਦੇ, ਤਾਂ ਫਿਰ ਬਾਹਰਲੇ ਲੋਕਾਂ ਨੇ ਜਿਹੜਾ ਫਾਇਦਾ ਉਠਾਇਆ। ਫਿਰ ਕੀ ਹੋਇਆ? 812 ਵਿੱਚ ਮੁਹੰਮਦ ਬਿਨ ਕਾਸਿਮ ਉਹ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਆਇਆ। ਸੰਗਤ ਜੀ 9 ਕਰੋੜ ਦੀ ਆਬਾਦੀ ਹੈ ਉਦੋਂ ਭਾਰਤ ਦੀ, ਉਹ ਸਿਰਫ 500 ਸਿਪਾਹੀ ਲੈ ਕੇ ਆਇਆ। ਹਥਿਆਰਾਂ ਦੇ ਨਾਲ ਲੈਸ ਅਟੈਕ ਕਰਨ ਦੇ ਲਈ ਆਇਆ। 500 ਸਿਪਾਹੀ, ਤੁਸੀਂ ਸੋਚ ਸਕਦੇ ਹੋ 900 ਕਰੋੜ ਦੀ ਆਬਾਦੀ ਔਰ 500 ਸਿਪਾਹੀ ਲੈ ਕੇ ਆਵੇ, ਲੋਕ ਥਰ-ਥਰ ਕੰਬ ਰਹੇ ਸਨ। ਔਰ ਟੈਕਸਲਾ ਯੂਨੀਵਰਸਿਟੀ ਦੇ, ਜਿਹਨੂੰ ਆਪਾਂ ਤਕਸਲਾ ਵੀ ਕਹਿੰਦੇ ਆ ਭਾਰਤ ਦੇ ਵਿੱਚ ਜਿਹੜੀ, ਉਹਦੇ 16,000 ਸਟੂਡੈਂਟਸ, ਵਿਦਿਆਰਥੀ ਜਿਹੜੇ ਕਿ ਬੁੱਧ ਧਰਮ ਦੇ ਅਨੁਯਾਈ ਸੀ, ਬੁੱਧ ਧਰਮ ਨੂੰ ਮੰਨਦੇ ਸਨ। ਉਹ ਲੇਕਿਨ ਹੁਣ ਕਿਉਂਕਿ ਆਪਣੀ ਰੱਖਿਆ ਕਰਨ ਦੀ ਉਹ ਟ੍ਰੇਨਿੰਗ ਭੁੱਲ ਚੁੱਕੇ ਨੇ ਹਿੰਦੁਸਤਾਨੀ ਲੋਕ। ਉਹ ਨੌਜਵਾਨ ਗੱਭਰੂ ਇੰਨੇ ਥਰ-ਥਰ ਕੰਬਦੇ ਸਨ। ਉਹ 500 ਸਿਪਾਹੀ ਲੈ ਕੇ ਆਇਆ, 16,000 ਨੌਜਵਾਨ ਗੱਭਰੂਆਂ ਨੇ ਸੁਸਾਈਡ ਕਰ ਲਿਆ, ਆਤਮ ਹੱਤਿਆ ਕਰ ਲਈ ਵੀ ਸਾਨੂੰ ਮਾਰੇਗਾ, ਸਾਨੂੰ ਕੁੱਟੇਗਾ, ਸਾਡੇ ਤੇ ਤੀਰ ਚਲਾਏਗਾ। ਮਤਲਬ ਏਦਾਂ ਦੀ ਮਾਨਸਿਕਤਾ ਹੋ ਗਈ ਸੀ। ਫਿਰ ਉਸ ਤੋਂ ਬਾਅਦ 1001 ਦੇ ਵਿੱਚ ਮਹਿਮੂਦ ਗਜ਼ਨਵੀ ਆਇਆ। ਉਹ ਤਾਂ ਫਿਰ ਉਹਨੇ ਉਹ ਹਿੰਦੁਸਤਾਨ ਨੂੰ, ਭਾਰਤ ਨੂੰ ਲੁੱਟਿਆ। ਉਹਨੇ ਤਾਂ ਹਿੰਦੂਆਂ ਦਾ ਉਹ ਬੁਰਾ ਹਾਲ ਕਰਕੇ ਰੱਖ ਦਿੱਤਾ, ਇੰਨੇ ਜ਼ੁਲਮ ਢਾਏ। ਉਹਨੇ ਬਜ਼ੁਰਗ ਕਤਲ ਕੀਤੇ, ਨੌਜਵਾਨ ਕਤਲ ਕੀਤੇ। ਹਿੰਦੁਸਤਾਨ ਦੀਆਂ ਬਹੂ ਬੇਟੀਆਂ, ਨੌਜਵਾਨ ਬੱਚੀਆਂ, ਇਹਨਾਂ ਨੂੰ ਕੈਦ ਕਰ ਕਰਕੇ ਲੈ ਜਾਂਦਾ ਸੀ ਔਰ ਗਜ਼ਨੀ ਦੇ ਵਿਚਾਰਾਂ ਵਿੱਚ ਇਹਨਾਂ ਨੂੰ ਵੇਚਿਆ ਜਾਂਦਾ ਸੀ। ਨੌਜਵਾਨਾਂ ਨੂੰ ਵੀ, ਬਜ਼ੁਰਗ ਤਾਂ ਉਹਨੇ ਕਤਲ ਕਰੀ ਗਿਆ, ਨੌਜਵਾਨਾਂ ਨੂੰ ਵੀ, ਬਹੂ ਬੱਚੀਆਂ ਨੂੰ ਵੀ ਗਜ਼ਨੀ ਦੇ ਬਾਜ਼ਾਰਾਂ ਵਿੱਚ ਵੇਚਦਾ ਸੀ
ਔਰ ਭੇਡਾਂ ਤੋਂ ਵੀ ਘੱਟ ਕੀਮਤ ਰੱਖੀ ਗਈ ਹਿੰਦੁਸਤਾਨੀਆਂ ਦੀ। ਵਿੱਚ ਹੀ ਔਰਤਾਂ, ਵਿੱਚ ਹੀ ਨੌਜਵਾਨ ਬੱਚੀਆਂ ਜਿਨ੍ਹਾਂ ਦੀ ਦੁਰਦਸ਼ਾ ਵੀ ਕੀਤੀ ਜਾ ਰਹੀ ਸੀ, ਔਰ ਜਿਹੜੇ ਉਹਨਾਂ ਨੂੰ ਖਰੀਦ ਰਹੇ ਸਨ, ਉਹਨਾਂ ਦਾ ਸਰੀਰਕ ਸ਼ੋਸ਼ਣ ਵੀ ਕਰਦੇ ਸਨ, ਰੱਜ ਕੇ ਕੰਮ ਵੀ ਲੈਂਦੇ ਸਨ। ਮਤਲਬ ਐਡੀ ਗੁਲਾਮੀ। ਇਹ ਜਿਹੜਾ ਸੂਰਬੀਰ ਯੋਧਿਆਂ ਦਾ ਦੇਸ਼ ਸੀ, ਮਹਾਭਾਰਤ ਦਾ ਯੁੱਧ ਸਾਰਿਆਂ ਨੂੰ ਪਤਾ ਹੈ, ਕਿੰਨੇ ਬਹਾਦਰ ਯੋਧੇ ਸਨ, ਉਧਰ ਕੌਰਵ, ਉਧਰ ਪਾਂਡਵ, ਇਹ ਇੰਨੇ ਗੁਲਾਮ ਬਣ ਗਏ। ਸੋ ਇੰਨਾ ਜ਼ਿਆਦਾ ਇਹਨੇ ਦੁਰਦਸ਼ਾ ਕੀਤੀ ਮਹਿਮੂਦ ਗਜ਼ਨਵੀ ਨੇ, ਇਹਨੇ ਮੰਦਰ ਢਾਹ ਦਿੱਤੇ। ਫਿਰ ਹਿੰਦੂਆਂ ਦੇ ਮੰਦਰ ਢਾਣੇ ਸ਼ੁਰੂ ਕਰ ਦਿੱਤੇ। ਮੰਦਰਾਂ ਦੀਆਂ ਜਿਹੜੀਆਂ ਮੂਰਤੀਆਂ ਆ, ਉਹ ਉਹਨਾਂ ਨੂੰ ਉੱਥੇ ਇੰਨਾ ਜਿੱਥੇ ਲੋਕ ਆਪਣੇ ਜੋੜੇ ਖੋਲਦੇ ਨੇ, ਉੱਥੇ ਕਹਿੰਦਾ ਸੀ ਮੂਰਤੀਆਂ, ਇੱਥੇ ਮਤਲਬ ਇਹਨਾਂ ਨੂੰ ਭੰਨੋ ਚੰਗੀ ਤਰ੍ਹਾਂ। ਸੋ ਮਤਲਬ ਕਹਿੰਦਾ ਸੀ, ਦੇਖਾਂ ਹੁਣ ਕਿਹੜੀ ਤੁਹਾਡੀ ਦੇਵੀ, ਕਿਹੜਾ ਦੇਵਤਾ ਤੁਹਾਡੀ ਜਿਹੜੀ ਰੱਖਿਆ ਕਰਦਾ ਹੈ। ਸੋ ਇਤਨਾ ਜ਼ਿਆਦਾ ਹਿੰਦੁਸਤਾਨੀਆਂ ਦਾ ਬੁਰਾ ਹਾਲ, ਰਾਜੇ ਵੀ ਥਰ ਥਰ ਕੰਬਣ ਲੱਗ ਗਏ। ਉਹ ਵੀ ਇਹਦੀ ਗੁਲਾਮੀ ਮਨਜ਼ੂਰ ਕਰਨ ਲੱਗ ਗਏ। ਜਿਨ੍ਹਾਂ ਨੇ ਨਹੀਂ ਗੁਲਾਮੀ ਮਨਜ਼ੂਰ ਕੀਤੀ, ਉਹਨਾਂ ਨੇ ਆਪਣੀਆਂ ਬੱਚੀਆਂ, ਬੇਟੀਆਂ, ਉਹਨਾਂ ਨੂੰ ਅੱਗ ਲਾ ਲਾ ਕੇ ਸਾੜਨਾ ਸ਼ੁਰੂ ਕਰ ਦਿੱਤਾ ਵੀ ਇਹਨਾਂ ਦੀ ਬੇਪਤ ਵੀ ਨਾ ਹੋਵੇ। ਮੁਕਾਬਲਾ ਨਹੀਂ ਕੋਈ ਕਰ ਪਾਇਆ। ਇਵੇਂ ਹਿੰਦੁਸਤਾਨ ਜਿਹੜਾ ਹੈ ਇਹ ਗੁਲਾਮ ਹੁੰਦਾ ਚੱਲਿਆ ਗਿਆ। ਸੋ ਇਹ ਕਾਰਨ ਇਹ ਹੈ। ਇਵੇਂ ਕਰਦਿਆਂ ਕਰਦਿਆਂ ਸਿਲਸਿਲਾ ਚੱਲਦਾ ਗਿਆ। ਫਿਰ ਜਿਹੜੇ ਹਾਕਮ ਬਦਲਦੇ ਗਏ, ਲੋਧੀ ਆਏ, ਪਠਾਨ ਆਏ, ਮੁਸਲਮਾਨ ਆਏ। ਇਹਨਾਂ ਨੇ ਹਿੰਦੁਸਤਾਨੀਆਂ ਦਾ ਚੰਗੀ ਤਰ੍ਹਾਂ 1001 ਤੋਂ ਲੈ ਕੇ ਲਗਾਤਾਰ ਇਹ ਸਿਲਸਿਲਾ ਚੱਲਦਾ ਰਿਹਾ। ਬਾਬਰ ਦਾ ਸਮਾਂ ਆ ਗਿਆ। ਉਹਨੇ ਵੀ ਰੱਜ ਕੇ ਬੁਰਾ ਹਾਲ ਕੀਤਾ। ਔਰ ਜਦੋਂ ਬਾਬਰ ਆ ਰਿਹਾ ਸੀ ਹਿੰਦੁਸਤਾਨ ਦੇ ਉੱਤੇ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਲੋਕਾਂ ਨੂੰ ਜਗਾਇਆ। ਮਹਾਰਾਜ ਨੇ ਕਿਹਾ, ਉਹ ਤੁਹਾਡੇ ਤੇ ਅਟੈਕ ਕਰਨ ਆ ਰਿਹਾ ਹੈ, ਕਿ ਤੁਸੀਂ ਵੀ ਮੁਕਾਬਲਾ ਕਰੋ। ਤੁਹਾਨੂੰ ਕਿਉਂ ਲੁੱਟੇ? ਤੁਹਾਡੇ ਦੇਸ਼ ਨੂੰ, ਤੁਹਾਡੀਆਂ ਬਹੂ ਬੇਟੀਆਂ ਨੂੰ, ਤੁਹਾਨੂੰ ਖੁਦ ਨੂੰ, ਤੁਹਾਨੂੰ ਕਿਉਂ ਲੁੱਟੇ? ਤੁਸੀਂ ਵੀ ਮੁਕਾਬਲਾ ਕਰੋ। ਉਹਨਾਂ ਨੇ ਕਿਹਾ, ਨਹੀਂ, ਸਾਡੇ ਤਾਂ ਜਿਹੜੇ ਪੀਰ ਨੇ ਉਹ ਪੂਜਾ ਕਰਨਗੇ, ਸਾਡੇ ਜਿਹੜੇ ਬ੍ਰਾਹਮਣ ਪੰਡਤ ਨੇ ਮੰਤਰੋਚਾਰਨ ਕਰਨਗੇ, ਅਸੀਂ ਤਾਂ ਉਹਨਾਂ ਨੂੰ, ਤੁਰਕਾਂ ਨੂੰ ਅੰਨੇ ਕਰਕੇ ਰੱਖ ਦੇਣਾ ਆ। ਗੁਰੂ ਮਹਾਰਾਜ ਨੇ ਬੜਾ ਸਮਝਾਇਆ, ਨਹੀਂ ਭਾਈ, ਇਵੇਂ ਨਹੀਂ ਹੋਣਾ, ਤੁਹਾਨੂੰ ਮੁਕਾਬਲਾ ਕਰਨਾ ਪੈਣਾ। ਪਰ ਨਹੀਂ, ਉਹ ਮੰਨੇ ਹੀ ਨਹੀਂ। ਉਹ ਆਪਣੇ ਪੀਰਾਂ ਨੂੰ ਬਿਠਾਤਾ ਵੀ ਤੁਸੀਂ ਪੂਜਾ ਕਰੋ, ਆਪਣੀ ਬੰਦਗੀ ਕਰੋ। ਔਰ ਬ੍ਰਾਹਮਣਾ ਪੰਡਤਾਂ ਨੂੰ ਮੰਤਰ ਉਚਾਰਨ ਤੇ ਲੱਗ ਗਿਆ ਵੀ ਉਹ ਤਾਂ ਅੰਨੇ ਹੀ ਕਰ ਦੇਣੇ ਸੀ ਆਪਣੇ ਮੰਤਰਾਂ ਦੀ ਪੂਜਾ ਦੇ ਨਾਲ। ਪਰ ਇਸ ਤਰ੍ਹਾਂ ਹੋਇਆ ਨਹੀਂ। ਔਰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਦਾ ਜ਼ਿਕਰ ਕੀਤਾ, ਕੋ ਮੁਗਲ ਨਾ ਹੋਆ ਅੰਧਾ, ਕਿਨੇ ਨਾ ਪਰਚਾ ਲਾਇਆ। ਕੋਈ ਮੁਗਲ ਅੰਨਾ ਨਹੀਂ ਹੋਇਆ। ਔਰ ਕਿਸੇ ਨੇ ਵੀ ਇਹ ਤੁਹਾਨੂੰ ਬਚਾ ਨਹੀਂ ਪਾਏ। ਕੀ ਫਿਰ ਤੁਹਾਨੂੰ ਕਰਨਾ ਕੀ ਚਾਹੀਦਾ ਸੀ? ਖੁਦ ਤਾਕਤਵਰ ਹੋ ਕੇ ਉਹਨਾਂ ਦਾ ਮੁਕਾਬਲਾ ਕਰਨਾ ਚਾਹੀਦਾ ਸੀ, ਜਿਹੜਾ ਨਹੀਂ ਕੀਤਾ। ਹੁਣ ਬਾਬਰ ਤੋਂ ਲੈ ਕੇ ਫਿਰ ਬਾਬਰ ਦੀ ਪੀੜ੍ਹੀ ਦਾ ਰਾਜ ਚੱਲਦਾ ਸ਼ੁਰੂ। 7 ਪੀੜ੍ਹੀਆਂ ਉਹਨਾਂ ਦਾ ਹੀ। ਉਹਨਾਂ ਨੇ ਭਾਰਤੀਆਂ ਨੂੰ ਜਿਹੜਾ ਗੁਲਾਮ ਬਣਾ ਕੇ ਰੱਖਿਆ, ਰੱਜ ਕੇ ਜ਼ੁਲਮ ਕੀਤਾ। ਕਰਦਿਆਂ ਕਰਦਿਆਂ ਇਹਨਾਂ ਦਾ ਜਿਹੜਾ ਜ਼ੁਲਮ ਹੈ, ਉਹ ਹੁਣ ਔਰੰਗਜ਼ੇਬ ਆ ਚੁੱਕਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵਕਤ ਹੈ। ਸੋ ਫਿਰ ਦੇਖੋ, ਔਰੰਗਜ਼ੇਬ ਜਿਹੜਾ ਹੈ, ਕਹਿੰਦਾ ਸਾਰੇ ਹੀ ਮੈਂ ਮੁਸਲਮਾਨ ਬਣਾ ਕੇ ਰੱਖ ਦੇਣੇ ਨੇ। ਕਸ਼ਮੀਰੀ ਪੰਡਤ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਨੇ। ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ, ਇਹ ਹਿੰਦੁਸਤਾਨੀ ਗੁਲਾਮ ਨਾ ਹੋ ਜਾਣ। ਗੁਲਾਮ ਤਾਂ ਹੈ ਹੀ ਨਹੀਂ, ਮਤਲਬ ਇਹਨਾਂ ਨੂੰ ਗੁਲਾਮੀ ਵਿੱਚੋਂ ਕੱਢਿਆ ਜਾਵੇ। ਇਹਨਾਂ ਦਾ ਹੁਣ ਧਰਮ ਵੀ ਡੁੱਬ ਰਿਹਾ ਹੈ। ਧਰਮ ਵੀ ਨਹੀਂ ਉਹ ਕਹਿੰਦਾ ਇਹਨਾਂ ਨੂੰ ਰਹਿਣ ਦੇਣਾ। ਗੁਲਾਮ ਤਾਂ ਹੈ ਹੀ, ਰੱਖੇ ਹੋਏ ਨੇ, ਗੁਲਾਮ ਤਾਂ ਕੀਤੇ ਹੋਏ ਨੇ। ਤੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵੀ ਇਹਨਾਂ ਨੂੰ, ਇਹਨਾਂ ਦਾ ਧਰਮ ਤਾਂ ਬਚਾ ਲਿਆ ਜਾਵੇ। ਤੋ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੇ ਪਿਤਾ ਸਤਿਗੁਰ ਤੇਗ ਬਹਾਦਰ ਸਾਹਿਬ ਜੀ ਨੂੰ ਤੋਰ ਦਿੰਦੇ ਨੇ ਦਿੱਲੀ ਸ਼ਹੀਦੀ ਦੇ ਲਈ। ਇਹ ਥੋੜੀ ਖੇਡ ਨਹੀਂ ਸੰਗਤ ਜੀ। ਲੂ ਕੰਡੇ ਖੜੇ ਹੋ ਜਾਂਦੇ ਨੇ ਵੀ ਆਪਣੇ 9 ਸਾਲ ਦਾ ਪੁੱਤਰ ਆਪਣੇ ਪਿਤਾ ਨੂੰ ਤੋਰ ਰਿਹਾ ਹੈ, ਕਿ ਇਹਨਾਂ ਦਾ ਧਰਮ ਬਚਾਉਣ ਲਈ ਤੁਸੀਂ ਆਪਣੀ ਸ਼ਹਾਦਤ ਦੇ ਦਿਓ। ਇੰਨੇ ਪਰਉਪਕਾਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਇੰਨੀ ਅੰਦਰ ਦਇਆ, ਆਪਣਾ ਆਪ ਇੰਨਾ ਕੁਛ ਵਾਰ ਦੇਣਾ। ਆਪਣੀ ਮਾਂ ਵੱਲ ਵੀ ਦੇਖ ਰਹੇ ਹੋਣਗੇ ਵੀ ਮੇਰੇ ਮਾਂ ਦੇ ਸਿਰ ਦਾ ਸਾਈਂ ਇਹ ਜਾ ਰਹੇ ਨੇ, ਮਾਤਾ ਗੁਜਰੀ ਜੀ ਦੇ ਪਤੀ ਦੇਵ, ਲੇਕਿਨ ਉਹ ਸੰਸਾਰ ਦੇ ਇਹਨਾਂ ਹਿਊਮਨ ਰਾਈਟਸ ਦੀ ਰੱਖਿਆ ਦੇ ਲਈ, ਹਿੰਦੂ ਧਰਮ ਦੀ ਰੱਖਿਆ ਲਈ ਗੁਰੂ ਮਹਾਰਾਜ ਨੇ ਆਪਣੇ ਪਿਤਾ ਸਤਿਗੁਰ ਜੀ ਵਾਰ ਕੇ ਰੱਖ ਦਿੱਤਾ। ਸੋ ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਆਪਣੀ ਸ਼ਹੀਦੀ ਦੇ ਦਿੱਤੀ, ਲੇਕਿਨ ਇਹ ਜ਼ਾਲਮ ਸਰਕਾਰ ਜਿਹੜੀ ਹੈ ਟਸ ਤੋਂ ਮਸ ਨਹੀਂ ਹੋਈ। ਤੇ ਗੁਰੂ ਮਹਾਰਾਜ ਨੇ ਫਿਰ ਉਦੋਂ ਹੀ ਦੇਖ ਲਿਆ ਸੀ ਵੀ ਇਹ ਹੁਣ ਇਵੇਂ ਨਹੀਂ, ਜਿਹੜਾ ਹੈ ਇਹ ਸਾਰੇ ਜਿਹੜੇ ਹਿੰਦੁਸਤਾਨੀ ਗੁਲਾਮ ਬਣੇ ਪਏ ਨੇ ਨਾ, ਹੁਣ ਇਹ ਇਕੱਲੇ ਇਹ ਜਿਹੜੇ ਗਿੱਦੜ ਬਣੇ ਪਏ ਨੇ, ਇਹਨਾਂ ਨੂੰ ਸ਼ੇਰ ਬਣਾਉਣਾ ਪੈਣਾ। ਇਹ ਤਾਂ ਜਾ ਕੇ ਗੁਲਾਮੀ ਦੀਆਂ ਜ਼ੰਜੀਰਾਂ ਵਿੱਚੋਂ ਬਾਹਰ ਆਣਗੇ। ਫਿਰ ਮਹਾਰਾਜ ਜੀ 9 ਸਾਲ ਦਾ ਸਰੀਰ ਹੈ ਉਦੋਂ, ਜਦੋਂ ਗੁਰਤਾ ਗੱਦੀ ਤੇ ਆਪ ਰਾਜੇ 1705 ਦੇ ਵਿੱਚ। ਲੇਕਿਨ ਉਸ ਤੋਂ ਬਾਅਦ ਮਹਾਰਾਜ ਜੀ
ਜਿਹੜਾ ਹੈ ਅੰਦਰੋਂ ਅੰਦਰੋਂ ਟ੍ਰੇਨਿੰਗ ਜਿਹੜੀ ਦੇਣੀ ਸ਼ੁਰੂ ਕਰ ਦਿੱਤੀ ਸਿੱਖਾਂ ਨੂੰ। 22 ਸਾਲ ਲੱਗ ਗਏ। ਜਿਹੜੇ ਮਹਾਰਾਜ ਦੇ ਚਰਨ ਵਿੱਚ ਆਉਂਦੇ ਨੇ ਉਹਨਾਂ ਨੂੰ ਮਹਾਰਾਜ ਜੀ ਦੱਸਦੇ ਨੇ ਵੀ ਤੁਸੀਂ ਆਪਣੀਆਂ ਜੰਗੀ ਯੁੱਧਾਂ ਦੀਆਂ ਤਿਆਰੀਆਂ ਵੀ ਕਰੋ। ਪੂਰੀ ਟ੍ਰੇਨਿੰਗ ਚੱਲ 22 ਸਾਲ ਲੱਗ ਗਏ। 1699 ਦੀ ਵਿਸਾਖੀ ਨੂੰ ਫਿਰ ਗੁਰੂ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਜਿਹੜੀ ਸਿਰਜਣਾ ਕੀਤੀ। 1699 ਦੀ ਵਿਸਾਖੀ ਨੂੰ ਮਹਾਰਾਜ ਨੇ ਹੁਕਮਨਾਮੇ ਭੇਜੇ ਵੀ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਵਸਦੇ ਨੇ ਉਹ ਸਾਰੇ ਹੀ ਜ਼ਰੂਰ ਆਉਣ। ਔਰ ਬੜਾ ਵੱਡਾ ਇਕੱਠ ਹੋਇਆ ਸੰਗਤ ਜੀ। ਇਤਿਹਾਸਕਾਰ 80,000 ਦਾ ਇਕੱਠ ਲਿਖਦੇ ਨੇ। 80,000 ਜਿਹੜੀਆਂ ਸੰਗਤਾਂ ਗੁਰੂ ਮਹਾਰਾਜ ਦੇ ਚਰਨ ਸ਼ਰਨ ਵਿੱਚ ਆਈਆਂ ਵੀ ਸਾਡੇ ਗੁਰੂ ਸਾਹਿਬ ਜੀ ਨੇ ਸਾਨੂੰ ਯਾਦ ਕੀਤਾ ਹੈ। ਉਹ ਸੰਗਤਾਂ ਤਾਂ ਪਹੁੰਚੀਆਂ ਲੇਕਿਨ ਉਹਨਾਂ ਨੇ ਦੇਖਿਆ ਵੀ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਹੋ ਰਹੇ। ਕੀਰਤਨ ਚੱਲ ਰਿਹਾ, ਦੀਵਾਨ ਸਜੇ ਹੋਏ ਨੇ, ਗੁਰੂ ਸਾਹਿਬ ਦੇ ਦਰਸ਼ਨ ਨਹੀਂ ਹੋ ਰਹੇ। ਅੱਗੇ ਤਾਂ ਗੁਰੂ ਸਾਹਿਬ ਜੀ ਦੇ ਪਹਿਲਾਂ ਦਰਸ਼ਨ ਹੁੰਦੇ ਸਨ ਸੰਗਤਾਂ ਨੂੰ, ਬੜੀਆਂ ਹੈਰਾਨ ਨੇ ਸੰਗਤਾਂ। ਹੁਣ ਫਿਰ ਕੀਰਤਨ ਜਿਹੜਾ ਹੈ ਉਹ ਸੰਪੂਰਨਤਾ ਹੋਈ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਫਿਰ ਸੰਗਤਾਂ ਦੇ ਸਾਹਮਣੇ ਆਏ। ਅੱਜ ਇੱਕ ਨਿਵੇਕਲਾ ਰੂਪ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ। ਸਤਿਗੁਰ ਦੇ ਚਿਹਰੇ ਦੀ ਝਾਲ ਤਾਂ ਪਹਿਲਾਂ ਹੀ ਨਹੀਂ ਚੱਲੀ ਜਾਂਦੀ। ਨੂਰਾਨੀ ਜੋਤ ਹੈ, ਨਿਰੰਕਾਰੀ ਜੋਤ ਹੈ, ਗੁਰੂ ਨਾਨਕ ਦੀ ਜੋਤ ਹੈ, ਲੇਕਿਨ ਅੱਜ ਕੁਝ ਅਲੌਕਿਕ ਨਜ਼ਾਰੇ ਨੇ। ਸੋ ਝਾਲ ਵੀ ਨਹੀਂ ਚੱਲੀ ਜਾਂਦੀ। ਚਿਹਰਾ ਸਤਿਗੁਰਾਂ ਦਾ ਲਾਲੋ ਲਾਲ ਗਦਗਦ ਕਰਦਾ ਨੂਰਾਨੀ ਚਿਹਰਾ। ਔਰ ਹੱਥ ਵਿੱਚ ਅੱਜ ਨੰਗੀ ਤਲਵਾਰ ਸ਼ਮਸ਼ੀਰ ਲੈ ਕੇ ਆਏ ਨੇ ਸੰਗਤਾਂ ਦੇ ਸਾਹਮਣੇ। ਔਰ 80,000 ਦੇ ਇਕੱਠ ਨੂੰ ਬੜੇ ਰੋਹ ਦੇ ਨਾਲ ਇੱਕ ਗਰਜਵੀਂ ਆਵਾਜ਼ ਦੇ ਵਿੱਚ ਕਹਿੰਦੇ ਨੇ, ਸੰਗਤ ਜੀ ਗੁਰੂ ਨੂੰ ਇੱਕ ਸਿਰ ਦੀ ਲੋੜ ਹੈ ਔਰ ਨੰਗੀ ਗਰਜਵੀਂ ਤਲਵਾਰ ਹੈ। ਸਾਰੇ ਹੈਰਾਨ ਹੈ ਵੀ ਅੱਜ ਤੱਕ ਗੁਰੂ ਨਾਨਕ ਸੱਚੇ ਪਾਤਸ਼ਾਹ ਲੈ ਕੇ ਸਿੱਖ ਧਰਮ ਵਿੱਚ ਗੁਰੂ ਕਿਸੇ ਨੇ ਇਸ ਤਰ੍ਹਾਂ ਮੰਗ ਨਹੀਂ ਕੀਤੀ। ਲੇਕਿਨ ਅੱਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕਹਿ ਰਹੇ ਨੇ ਵੀ ਗੁਰੂ ਨੂੰ ਸਿੱਖ ਦੀ ਸਿਰ ਦੀ ਲੋੜ ਹੈ। ਸन्नाटा ਛਾ ਗਿਆ, ਇੱਕਦਮ ਚੁੱਪੀ ਛਾ ਗਈ ਉੱਥੇ। ਲੇਕਿਨ ਫਿਰ ਉਸੇ ਸੰਗਤ ਦੇ ਵਿੱਚੋਂ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਜਿਹੜੇ ਨੇ ਉੱਠ ਕੇ ਖੜੇ ਹੋਏ ਨੇ। ਇਹ ਦਇਆ ਸਿੰਘ ਜੀ ਕਿੱਥੇ ਦੇ ਨੇ? ਇਹ ਲਾਹੌਰ ਦੇ ਨੇ ਔਰ ਖੱਤਰੀ ਬਰਾਦਰੀ ਨੂੰ ਬਿਲੋਂਗ ਕਰਦੇ ਨੇ। ਬਰਾਦਰੀਆਂ ਤਾਂ ਦੱਸੀਆਂ ਜਾ ਰਹੀਆਂ ਵੀ ਕਿਹਨਾਂ ਨੇ ਪਹਿਲਾਂ ਆਪਣੇ ਸੀਸ ਗੁਰੂ ਅੱਗੇ ਅਰਪਣ ਕੀਤੇ, ਪਤਾ ਲੱਗੇ ਫਿਰ ਸਾਨੂੰ ਵੀ ਸੰਗਤ ਜੀ। ਤਾਂ ਇਹ ਦਇਆ ਰਾਮ ਜੀ ਇਹਨਾਂ ਦਾ ਨਾਮ ਹੈ। ਇਹ ਉੱਠ ਕੇ ਮਹਾਰਾਜ ਦੇ ਅੱਗੇ ਖੜ ਗਏ ਕਿ ਮਹਾਰਾਜ ਜੀ ਮੇਰਾ ਸੀਸ ਹਾਜ਼ਰ ਹੈ। ਸੋ ਕਿੰਨੇ ਸਤਿਕਾਰਨਯੋਗ ਨੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਆਪਣਾ ਸੀਸ ਗੁਰੂ ਅੱਗੇ ਅਰਪਣ ਕੀਤਾ। ਗੁਰੂ ਮਹਾਰਾਜ ਜੀ ਉਹ ਪਾਸ ਗਏ ਚੱਲ ਕੇ। ਗੁਰੂ ਮਹਾਰਾਜ ਜੀ ਉਹਨਾਂ ਨੂੰ ਅੰਦਰ ਇੱਕ ਤੰਬੂ ਦੇ ਵਿੱਚ ਲੈ ਗਏ। ਉੱਥੇ ਮਹਾਰਾਜ ਜੀ ਨੇ ਆਪਣੀ ਨੰਗੀ ਸ਼ਮਸ਼ੀਰ ਦੇ ਨਾਲ ਉਹਨਾਂ ਦਾ ਸੀਸ ਧੜ ਦੇ ਨਾਲ ਅਲੱਗ ਕਰ ਦਿੱਤਾ ਔਰ ਖੂਨ ਨਾਲ ਲਿਬੜੀ ਹੋਈ ਤਲਵਾਰ ਲੈ ਕੇ ਫਿਰ ਬਾਹਰ ਆ ਗਏ। ਕਿਹਾ ਗੁਰੂ ਨੂੰ ਇੱਕ ਹੋਰ ਸਿਰ ਦੀ ਲੋੜ ਹੈ। ਹੁਣ ਤਾਂ ਸਾਡੇ ਵਰਗੇ ਡਰਪੋਰ ਜਿਹੜੇ ਭੱਜਣੇ ਸ਼ੁਰੂ ਹੋ ਗਏ। ਕਾਫੀ ਵਿੱਚੋਂ ਭੱਜ ਵੀ ਗਏ ਵੀ ਇਹ ਅੱਜ ਗੁਰੂ ਮਹਾਰਾਜ ਕੀ ਮੰਗ ਕਰ ਰਹੇ ਨੇ। ਫਿਰ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਤੋਂ ਬਾਅਦ ਭਾਈ ਸਾਹਿਬ ਭਾਈ ਧਰਮ ਸਿੰਘ ਜੀ ਉੱਠ ਕੇ ਖੜ ਗਏ। ਮਹਾਰਾਜ ਜੀ ਮੇਰਾ ਸੀਸ ਹਾਜ਼ਰ ਹੈ। ਇਹ ਕਿੱਥੋਂ ਦੇ ਨੇ? ਹਸਨਾਪੁਰ ਦੇ ਨੇ, ਜੱਟ ਬਰਾਦਰੀ ਨੂੰ ਬਿਲੋਂਗ ਕਰਦੇ ਨੇ। ਸੋ ਅਲੱਗ-ਅਲੱਗ ਦਿਸ਼ਾਵਾਂ ਤੋਂ ਅਲੱਗ-ਅਲੱਗ ਜਿਹੜੇ ਬਰਾਦਰੀਆਂ ਨੂੰ ਬਿਲੋਂਗ ਕਰਦੇ ਨੇ, ਜਾਤਾਂ ਨੂੰ ਬਿਲੋਂਗ ਕਰਦੇ ਨੇ, ਉਹ ਗੁਰੂ ਮਹਾਰਾਜ ਦੇ ਅੱਗੇ ਆਪਣਾ ਸੀਸ ਅਰਪਣ ਕਰ ਰਹੇ ਨੇ। ਸੋ ਮਹਾਰਾਜ ਜੀ ਇਹਨਾਂ ਨੂੰ ਵੀ ਅੰਦਰ ਲੈ ਗਏ। ਉਸੇ ਤਰ੍ਹਾਂ ਹੀ ਫਿਰ ਉਹਨਾਂ ਦਾ ਵੀ ਸੀਸ ਜਿਹੜਾ ਝਟਕਾਇਆ, ਫਿਰ ਨੰਗੀ ਸ਼ਮਸ਼ੀਰ ਲੈ ਕੇ ਬਾਹਰ ਆਏ। ਗੁਰੂ ਨੂੰ ਹੋਰ ਸਿਰ ਦੀ ਲੋੜ ਹੈ। ਹੋਰ ਖਿਸਕਣੇ ਸ਼ੁਰੂ ਹੋ ਗਏ। ਲੇਕਿਨ ਫਿਰ ਇੱਕ ਗੁਰੂ ਕਾ ਪਿਆਰਾ ਸਿੱਖ ਉੱਠ ਕੇ ਖੜ ਗਿਆ, ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ। ਇਹ ਜਗਨਨਾਥਪੁਰੀ ਉੜੀਸਾ ਤੋਂ ਨੇ, ਇਹ ਝੀਵਰ ਬਰਾਦਰੀ ਦੇ ਨੇ। ਔਰ ਸੰਗਤ ਜੀ ਇਹਨਾਂ ਦਾ ਇਤਿਹਾਸ ਕੀ ਹੈ? ਇਹਨਾਂ ਦਾ ਇਤਿਹਾਸ ਹੈ ਕਿ ਉਹ ਛੱਜੂ ਝੀਵਰ ਬਾਲਾ ਪ੍ਰੀਤਮ ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਜਿਨ੍ਹਾਂ ਨੇ ਉਹਨਾਂ ਨੂੰ ਗਿਆਨ, ਆਤਮਕ ਗਿਆਨ ਬਖਸ਼ਿਆ ਸੀ। ਗੂੰਗੇ ਤੇ ਗੀਤਾ ਬੁਲਵਾਵੇ, ਉਹਨਾਂ ਤੋਂ ਗੀਤਾ ਦੇ ਕਿੰਨੇ ਤਰ੍ਹਾਂ ਦੇ ਅਰਥ ਕਰਵਾ ਕੇ ਰੱਖ ਦਿੱਤੇ ਸਨ। ਆਤਮਕ ਗਿਆਨ ਬਖਸ਼ਿਆ ਸੀ। ਸੋ ਇਹ ਉਹਨਾਂ ਦੇ ਪੋਤਰੇ ਨੇ। ਤੋ ਇਹਨਾਂ ਦੇ ਦਾਦਾ ਜੀ ਜਗਨਨਾਥਪੁਰੀ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਸਨ, ਜਿਹਨਾਂ ਨੂੰ ਆਪਾਂ ਛੱਜੂ ਝੀਵਰ ਜੀ ਆਖਦੇ ਹਾਂ। ਉਹ ਉੱਥੇ ਕਰਦੇ ਸਨ। ਇਸ ਕਾਰਨ ਇਹ ਪਰਿਵਾਰ ਉੱਥੇ ਵਸ ਗਿਆ ਸੀ ਜਾ ਕੇ ਜਗਨਨਾਥਪੁਰੀ। ਹੁਣ ਇਹ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੇਲੇ ਜਿਹੜੇ ਨੇ ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ, ਇਹ ਸਤਿਗੁਰਾਂ ਦੇ ਚਰਨ ਸ਼ਰਨ ਵਿੱਚ ਆ ਗਏ ਸਨ। ਤੋ ਗੁਰੂ ਗੋਬਿੰਦ ਸਿੰਘ ਜੀ ਦੇ ਵੀ ਸ਼ਰਨ ਵਿੱਚ ਸਨ। ਹੁਣ ਇਹਨਾਂ ਨੇ
ਆਪਣਾ ਭਾਈ ਸਾਹਿਬ ਜੀ ਨੇ, ਭਾਈ ਹਿੰਮਤ ਸਿੰਘ ਜੀ ਨੇ ਆਪਣਾ ਸੀਸ ਜਿਹੜਾ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਪਣ ਕੀਤਾ। ਤੋ ਮਹਾਰਾਜ ਜੀ ਇਹਨਾਂ ਨੂੰ ਵੀ ਲੈ ਗਏ। ਉਸੇ ਤਰ੍ਹਾਂ ਹੀ ਫਿਰ ਉਹਨਾਂ ਦਾ ਵੀ ਸੀਸ ਜਿਹੜਾ ਹੈ ਝਟਕਾਇਆ ਮਹਾਰਾਜ ਜੀ ਨੇ, ਔਰ ਫਿਰ ਆ ਕੇ ਮੰਗ ਕੀਤੀ ਸਿੱਖਾਂ ਨੂੰ ਕਿ ਗੁਰੂ ਨੂੰ ਇੱਕ ਹੋਰ ਸਿਰ ਦੀ ਲੋੜ ਹੈ। ਫਿਰ ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ, ਇਹ ਕਿੱਥੋਂ ਦੇ ਨੇ? ਇਹ ਦਵਾਰਕਾ ਦੇ ਨੇ, ਚਿੰਬਾ ਬਰਾਦਰੀ ਦੇ ਨੇ। ਇਹ ਵੀ ਗੁਰੂ ਮਹਾਰਾਜ ਦੇ ਅੱਗੇ ਆਪਣਾ ਸੀਸ ਅਰਪਣ ਕੀਤਾ। ਫਿਰ ਮਹਾਰਾਜ ਜੀ ਉਸੇ ਤਰ੍ਹਾਂ ਹੀ ਆ ਕੇ ਫਿਰ 5ਵੇਂ ਸਿਰ ਦੀ ਜਿਹੜੀ ਮੰਗ ਕੀਤੀ, ਤਾਂ ਭਾਈ ਸਾਹਿਬ ਸਿੰਘ ਜੀ, ਜਿਨ੍ਹਾਂ ਦਾ ਕਿ ਸਾਹਿਬ ਚੰਦ ਨਾਮ ਹੈ, ਇਹ ਨਾਈ ਬਰਾਦਰੀ ਨੂੰ, ਬਿਦਰ ਤੋਂ ਜਿਹੜੇ ਨੇ ਨਾਈ ਬਰਾਦਰੀ ਨੂੰ ਬਿਲੋਂਗ ਕਰਦੇ ਨੇ। ਸੋ ਉਹਨਾਂ ਨੇ ਵੀ ਆਪਣਾ ਸੀਸ ਅਰਪਣ ਕੀਤਾ। ਫਿਰ ਗੁਰੂ ਮਹਾਰਾਜ ਜੀ, ਬਾਹਰ ਇੱਕ ਸन्नाटा ਛਾਇਆ ਹੋਇਆ ਹੈ। ਉਸ ਤੋਂ ਬਾਅਦ ਫਿਰ ਸੰਗਤਾਂ ਕੀ ਦੇਖਦੀਆਂ ਨੇ? ਫਿਰ ਗੁਰੂ ਮਹਾਰਾਜ ਜੀ ਇਹਨਾਂ ਨੂੰ 5 ਜਿਨ੍ਹਾਂ ਨੂੰ ਲੈ ਕੇ ਗਏ ਸਨ ਅੰਦਰ ਤੰਬੂ ਦੇ ਵਿੱਚ, ਜਿਨ੍ਹਾਂ ਦੇ ਸੀਸ ਝਟਕਾਏ ਸਨ, ਖੂਨ ਵਗਿਆ ਸੀ। ਉਸ ਤੋਂ ਬਾਅਦ ਇਹਨਾਂ ਨੂੰ ਕੀ ਦੇਖਦੇ ਨੇ? ਸੰਗਤਾਂ ਕੀ ਦਰਸ਼ਨ ਕਰ ਰਹੀਆਂ ਨੇ? ਅੱਗੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਔਰ ਪਿੱਛੇ ਪੰਜੋ ਹੀ ਇਹਨਾਂ ਨੇ ਚੋਲਾ ਪਹਿਨਿਆ ਹੋਇਆ, ਬਾਣਾ ਪਹਿਨਿਆ ਹੋਇਆ ਹੈ, ਪੰਜੇ ਕਕਾਰ ਧਾਰਨ ਕੀਤੇ ਹੋਏ ਨੇ, ਔਰ ਗੁਰੂ ਸਾਹਿਬ ਦੇ ਪਿੱਛੇ ਕਿਆ ਸੁੰਦਰ ਰੂਪ ਇਹਨਾਂ ਦੇ ਨਜ਼ਰ ਆ ਰਹੇ ਨੇ, ਔਰ ਬਿਲਕੁਲ ਸਾਬਤ ਸੁਰ ਗੁਰੂ ਮਹਾਰਾਜ ਦੇ ਪਿੱਛੇ ਚੱਲੇ ਆ ਰਹੇ ਨੇ। ਹੁਣ ਗੁਰੂ ਮਹਾਰਾਜ ਨੇ ਭਰੀ ਸੰਗਤ ਦੇ ਸਾਹਮਣੇ ਫਿਰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ। 5 ਬਾਣੀਆਂ ਖੁਦ ਗੁਰੂ ਸਾਹਿਬ ਜੀ ਨੇ ਆਪ ਪੜੀਆਂ। ਜਪਜੀ ਸਾਹਿਬ, ਜਾਪ ਸਾਹਿਬ, ਪ੍ਰਸਾਦ ਸਵਈਏ, ਚੌਪਾਈ ਸਾਹਿਬ, ਆਨੰਦ ਸਾਹਿਬ ਜੀ ਦੀ ਬਾਣੀ, ਔਰ ਜਲ ਦੇ ਵਿੱਚ ਪਤਾਸੇ ਪਾਏ। ਖੰਡੇ ਦੇ ਨਾਲ ਲੋਹੇ ਦੇ ਬਾਟੇ ਦੇ ਵਿੱਚ ਇਹ ਅੰਮ੍ਰਿਤ ਜਿਹੜਾ ਤਿਆਰ ਕੀਤਾ, ਮਹਾਰਾਜ ਨੇ ਇਹਨਾਂ ਪੰਜਾਂ ਨੂੰ ਛਕਾਇਆ, ਔਰ ਇਹਨਾਂ ਨੂੰ ਆਪਣੇ 5 ਪਿਆਰੇ ਆਖਿਆ। ਜੋ ਵੀ ਨਾਮ ਸਨ ਸਾਰੇ ਮਹਾਰਾਜ ਨੇ ਪਿੱਛੇ ਸਿੰਘ ਲਗਾਇਆ, ਔਰ ਮਹਾਰਾਜ ਨੇ ਕਿਹਾ ਅੱਜ ਤੋਂ ਤੁਹਾਡੀ ਜਾਤ, ਬਰਾਦਰੀ, ਕਰਮ ਸਭ ਕੁਝ ਤੁਹਾਡਾ ਨਸ਼ਟ। ਬਸ ਹੁਣ ਤੁਸੀਂ ਮੇਰੇ 5 ਪਿਆਰੇ ਹੋ, ਤੁਸੀਂ ਮੇਰਾ ਖਾਸ ਰੂਪ ਖਾਲਸਾ ਹੋ। ਇਵੇਂ ਖਾਲਸਾ ਪੰਥ ਦੀ ਸਿਰਜਣਾ ਕੀਤੀ। ਗੁਰੂ ਮਹਾਰਾਜ ਇੰਨੇ ਸਮਰੱਥ ਨੇ, ਇਹਨਾਂ ਦਾ ਸਾਰਾ ਕੁਝ ਮਹਾਰਾਜ ਨੇ ਪਿਛਲਾ ਮਿਟਾ ਕੇ ਰੱਖਤਾ। ਜਨਮ ਮਰਨ ਤੋਂ ਵੀ ਤੁਸੀਂ ਮੁਕਤ, ਕਰਮ ਨਾਸ਼, ਜੋ ਵੀ ਕਰਮ ਪੁਰਾਣੇ ਕੀਤੇ ਨੇ ਸਭ ਜਿਹੜੇ ਖਤਮ। ਗੁਰੂ ਮਹਾਰਾਜ ਨੇ ਇੰਨੀ ਮਿਹਰ ਬਖਸ਼ਿਸ਼ ਕੀਤੀ, ਔਰ ਕਿਹਾ ਤੁਸੀਂ ਮੇਰਾ ਖਾਸ ਰੂਪ ਹੋ ਖਾਲਸਾ। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਤਿਗੁਰ ਸੱਚੇ ਪਾਤਸ਼ਾਹ ਜੀ, ਇਹਨਾਂ 5 ਪਿਆਰਿਆਂ ਅੱਗੇ ਹੱਥ ਜੋੜ ਕੇ ਖੜ ਗਏ ਕਿ ਖਾਲਸਾ ਜੀ, ਜਿਵੇਂ ਤੁਸੀਂ ਸਿੰਘ ਸਜੇ ਹੋ, ਇਵੇਂ ਹੀ ਮੈਨੂੰ ਵੀ ਗੁਰੂ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਸਜਾਓ, ਮੈਨੂੰ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕਾਓ। ਸੋ ਮਹਾਰਾਜ ਜੀ ਨੇ ਇਹਨਾਂ 5 ਪਿਆਰਿਆਂ ਤੋਂ, ਹੁਣ ਇਹਨਾਂ 5 ਪਿਆਰਿਆਂ ਨੇ ਉਹੀ 5 ਬਾਣੀਆਂ ਦਾ ਜਪ ਕੇ ਸੋ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਛਕਾਇਆ। ਮਹਾਰਾਜ ਵੀ ਗੁਰੂ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਸਜੇ। ਸੋ ਇਹ ਹਥਿਆਰ, ਇਹ ਨਾਲ ਜਿਹੜੇ ਕਕਾਰ, 5 ਕਕਾਰ ਦੇ ਧਾਰਨੀ ਹੋਣ ਨੂੰ ਕਿਹਾ, ਜਿਹੜਾ ਵੀ ਖਾਲਸਾ ਪੰਥ ਦੇ ਵਿੱਚ ਜਿਹੜਾ ਸ਼ਾਮਲ ਹੁੰਦਾ। ਸੋ ਇੰਨੀ ਸ਼ਕਤੀ ਪਾ ਕੇ ਰੱਖ ਦਿੱਤੀ ਮਹਾਰਾਜ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ, ਇੰਨੀ ਕੁ ਜ਼ਿਆਦਾ ਸ਼ਕਤੀ ਪਾ ਕੇ ਰੱਖ ਦਿੱਤੀ। ਫਿਰ ਉਸ ਤੋਂ ਬਾਅਦ ਹੋਰਾਂ ਨੇ ਵੀ ਅਨੇਕਾਂ ਨੇ ਛਕਿਆ। ਤੋ ਜਿਹੜੇ ਹਿੰਦੁਸਤਾਨੀ ਭਾਰਤੀ ਲੋਕ ਡਰ ਰਹੇ ਸਨ, ਥਰ ਕੰਬ ਰਹੇ ਸਨ, ਜਿਨ੍ਹਾਂ ਨੂੰ ਨੀਵੀਆਂ ਜਾਤੀਆਂ ਕਰਕੇ ਦੁਰਕਾਰਿਆ ਜਾਂਦਾ ਸੀ, ਜਿਹੜੇ ਰਾਜੇ ਵੀ ਗੁਲਾਮ ਹੋ ਚੁੱਕੇ ਸਨ, ਜਿਨ੍ਹਾਂ ਨੇ ਵੀ ਅੰਮ੍ਰਿਤ ਛਕਿਆ, ਰਾਜਿਆਂ ਨੇ ਤਾਂ ਬਾਅਦ ਛਕਿਆ, ਪਹਿਲਾਂ ਤਾਂ ਜਿਨ੍ਹਾਂ ਨੂੰ ਨੀਵੀਂ ਜਾਤੀਆਂ ਵਾਲੇ ਆਖ ਰਹੇ ਸਨ ਉਹਨਾਂ ਨੇ ਛਕਿਆ। ਇੰਨੀ ਜ਼ਿਆਦਾ ਉਹਨਾਂ ਵਿੱਚ ਹਿੰਮਤ ਆ ਗਈ, ਉਹਨਾਂ ਦਾ ਜੀਵਨ ਹੋ ਗਿਆ ਵੀ ਨਾ ਅਸੀਂ ਕਿਸੇ ਤੋਂ ਡਰਨਾ ਔਰ ਨਾ ਹੀ ਕਿਸੇ ਨੂੰ ਡਰਾਣਾ। ਪੈ ਕਾਹੂ ਕੋ ਦੇਤ ਨਹਿ ਪੈ ਮਾਨਤ, ਆਉਣ ਵਾਲਾ ਜੀਵਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਰਕੇ ਰੱਖ ਦਿੱਤਾ। ਤੋ ਰਾਜੇ ਵੀ ਹੈਰਾਨ, ਇਹ ਜਿਹੜੇ ਨੀਵੀਆਂ ਗਰਦਨਾਂ ਸੁੱਟ ਕੇ ਤੁਰਦੇ ਸਨ, ਇਹ ਅੱਜ ਸੀਨਾ ਤਾਣ ਕੇ ਤੁਰ ਰਹੇ ਨੇ। ਇੰਨੀ ਸ਼ਕਤੀ ਕਿੱਥੋਂ, ਇੰਨੀ ਪਾਵਰ ਕਿੱਥੋਂ? ਇਹ ਹੁਣ ਗੁਲਾਮੀ ਨਹੀਂ ਕਰ ਰਿਹਾ, ਇਹ ਹੁਣ ਡਰ ਨਹੀਂ ਰਹੇ, ਔਰ ਕਿਸੇ ਨੂੰ ਤੰਗ ਵੀ ਨਹੀਂ ਕਰ ਰਿਹਾ। ਅਗਰ ਸ਼ਕਤੀ ਪਾਵਰ ਆ ਗਈ ਹੈ, ਨਾ ਕਿਸੇ ਨੂੰ ਡਰਾਉਂਦੇ ਨੇ, ਨਾ ਕਿਸੇ ਨੂੰ ਡਰਦੇ ਨੇ, ਨਾ ਡਰਾਉਂਦੇ ਨੇ। ਏਦਾਂ ਦਾ ਜੀਵਨ ਇਹਨਾਂ ਦਾ। ਤੋ ਰਾਜੇ ਵੀ ਕਹਿ ਰਹੇ ਨੇ ਮਹਾਰਾਜ ਜੀ ਅਸੀਂ ਵੀ ਛਕਣਾ ਹੈ, ਭੀਮ ਚੰਦ ਵਰਗੇ ਰਾਜੇ ਅਸੀਂ ਵੀ ਛਕਣਾ ਹੈ। ਮਹਾਰਾਜ ਕਿਹਾ ਤੁਸੀਂ ਵੀ ਛਕੋ, ਖੁੱਲਾ ਸੱਦਾ ਹੈ। ਪਰ ਨਾਲ ਉਹਨਾਂ ਨੇ ਕੰਡੀਸ਼ਨ ਰੱਖੀ ਕਿ ਮਹਾਰਾਜ ਜੀ ਜਿਸ ਬਾਟੇ ਵਿੱਚੋਂ ਇਹ ਅੰਮ੍ਰਿਤ ਛਕਦੇ ਨੇ, ਸਾਨੂੰ ਉਹਨਾਂ ਵਿੱਚੋਂ ਨਹੀਂ ਅਸੀਂ ਛਕਣਾ, ਸਾਡੇ ਲਈ ਅਲੱਗ ਬਾਟਾ ਤਿਆਰ ਕਰੋ। ਮਹਾਰਾਜ ਨੇ ਕਿਹਾ ਨਹੀਂ, ਇਹ ਇਸੀ ਵਰਨਾ ਕਰਕੇ ਤਾਂ ਹਿੰਦੁਸਤਾਨ ਜਿਹੜਾ ਗੁਲਾਮ ਹੋ ਗਿਆ, ਫੁੱਟ ਪੈ ਗਈ ਆਪਸ ਦੇ ਵਿੱਚ ਲੋਕਾਂ ਦੇ ਵਿੱਚ। ਗੁਰੂ ਮਹਾਰਾਜ ਨੇ ਕਿਹਾ ਮਾਨਸ ਕੀ ਜਾਤ ਸਭੇ ਇੱਕ ਪਹਿਚਾਨਬੋ, ਇਹ ਮਾਨਸ ਦੀ ਜਾਤ ਸਾਰੇ ਇੱਕੋ ਹੀ ਨੇ,
ਇਸੇ ਇੱਕੋ ਵੱਟੇ ਵਿੱਚ ਹੀ ਸਾਰਿਆਂ ਨੂੰ ਛਕਣਾ ਪਵੇਗਾ। ਸੋ ਅਨੇਕਾਂ ਨੇ ਛਕਿਆ ਗੁਰੂ ਮਹਾਰਾਜ ਦੇ ਅੱਗੇ ਖੰਡੇ ਵੱਟ ਦਾ ਅੰਮ੍ਰਿਤ। ਜਿਨ੍ਹਾਂ ਨੇ ਨਹੀਂ ਛਕਿਆ ਉਹ ਈਰਖਾ ਕਰਨ ਲੱਗ ਗਏ ਵੀ ਇਹ ਸਾਡੇ ਤੋਂ ਵੀ ਪਾਵਰਫੁਲ ਹੋਈ ਜਾਂਦੇ ਨੇ, ਨੀਵੀਆਂ ਜਾਤਾਂ ਵਾਲੇ ਜਿਨ੍ਹਾਂ ਨੂੰ ਅਸੀਂ ਗੁਲਾਮ ਬਣਾ ਕੇ ਰੱਖਿਆ ਸੀ, ਅਸੀਂ ਉੱਥੇ ਦੇ ਉੱਥੇ। ਸੋ ਵੱਡਾ ਕਾਰਨ ਬਸ ਇਹੀ ਸੀ ਵੀ ਗੁਲਾਮੀ ਦੀਆਂ ਜ਼ੰਜੀਰਾਂ ਵਿੱਚੋਂ ਕੱਢ ਕੇ ਇੱਕ ਆਜ਼ਾਦ ਜੀਵਨ ਜੀਣਾ, ਇੱਕ ਆਪਣੀ ਅਲੱਗ ਹਸਤੀ ਦੇ ਨਾਲ ਜਿਹੜਾ ਜੀਵਨ ਜੀਣਾ, ਇਹ ਮਹਾਰਾਜ ਨੇ ਸਾਰੇ ਭਾਰਤੀਆਂ ਨੂੰ, ਹਿੰਦੁਸਤਾਨ ਨੂੰ ਦੇਣਾ ਚਾਹਿਆ। ਅਨੇਕਾਂ ਬ੍ਰਾਹਮਣਾਂ ਨੇ ਵੀ ਆ ਕੇ ਅੰਮ੍ਰਿਤ ਛਕਿਆ। ਔਰ ਕਸ਼ਮੀਰੀ ਪੰਡਤ, ਜਿਹੜੇ ਪੰਡਤ ਕਿਰਪਾ ਰਾਮ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਸਨ, ਉਹਨਾਂ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ, ਅੰਮ੍ਰਿਤ ਛਕਿਆ, ਸਿੰਘ ਸਜੇ। ਸੋ ਪਤਾ ਚੱਲ ਗਿਆ ਵੀ ਇਹ ਸਾਡੀ ਗੁਲਾਮੀ ਇਵੇਂ ਨਹੀਂ ਖਤਮ ਹੋਣੀ, ਸਾਨੂੰ ਖੁਦ ਗੁਰੂ ਤੋਂ ਤਾਕਤ ਲੈ ਕੇ ਆਪਣੀ ਅੰਦਰਲੀ ਸ਼ਕਤੀ ਜਿਹੜੀ ਉਹ ਜਾਗਰਤ ਕਰਨੀ ਪੈਣੀ ਹੈ, ਗੁਰੂ ਦੇ ਦੱਸੇ ਅਸੂਲਾਂ ਤੇ ਚੱਲਣਾ ਪੈਣਾ ਹੈ। ਤਦ ਹੀ ਅਸੀਂ ਇੱਕ ਸੁੰਦਰ ਜੀਵਨ, ਆਜ਼ਾਦ ਹਸਤੀ ਵਾਲਾ ਜੀਵਨ ਜਿਹੜਾ ਜੀ ਸਕਦੇ ਹਾਂ। ਸੋ ਖਾਲਸੇ ਦਾ ਮਤਲਬ ਹੀ ਹੈ ਇੱਕ ਆਜ਼ਾਦ ਹਸਤੀ ਹੈ ਖਾਲਸਾ। ਖਾਲਸਾ ਉਹ ਹੈ ਜਿਹਦੇ ਉੱਤੇ ਕਿਸੇ ਦਾ ਰੂਲ ਨਹੀਂ ਚੱਲਦਾ। ਖਾਲਸੇ ਦਾ ਸਿੱਧਾ ਅਕਾਲ ਪੁਰਖ ਦੇ ਨਾਲ ਜਿਹੜਾ ਹੈ ਉਹ ਸੰਬੰਧ ਹੁੰਦਾ ਹੈ। ਪਰ ਇਹਦਾ ਮਤਲਬ ਇਹ ਨਹੀਂ ਕਿ ਖਾਲਸਾ ਜਿਹੜਾ ਰੱਬੀ ਕਾਨੂੰਨਾਂ ਨੂੰ ਤੋੜਦਾ ਹੈ। ਧਰਮ ਨੂੰ ਨਹੀਂ ਤੋੜਦਾ ਖਾਲਸਾ। ਧਰਮ ਮਤਲਬ ਜਿਹੜੇ ਰੱਬੀ ਕਾਨੂੰਨ ਨੇ ਉਹ ਧਰਮ ਹੈ। ਬਾਕੀ ਤਾਂ ਅਸੀਂ ਜਿਹੜੇ ਬਣਾਏ ਨੇ ਇਹ ਮਰਿਆਦਾਵਾਂ ਨੇ। ਸੋ ਉਹ ਇਹੋ ਜਿਹਾ ਖਾਲਸਾ ਕੌਣ ਨਹੀਂ ਸਜਣਾ ਚਾਹੇਗਾ, ਜਿਹੜਾ ਰੱਬੀ ਕਾਨੂੰਨਾਂ ਵਿੱਚ ਵੀ ਰਹੇ, ਜਿਹੜਾ ਕਿਸੇ ਦੀ ਗੁਲਾਮੀ ਵੀ ਨਾ ਕਰੇ, ਔਰ ਜਿਹੜਾ ਕਿਸੇ ਨੂੰ ਤੰਗ ਵੀ ਨਾ ਕਰੇ, ਜਿਹੜਾ ਕਿਸੇ ਨੂੰ ਗੁਲਾਮ ਵੀ ਨਾ ਬਣਾਉਣਾ ਚਾਹੇ। ਸੋ ਬਾਣੀ ਦੇ ਵਿੱਚ ਖਾਲਸਾ ਸ਼ਬਦਾਂ ਦਾ ਹੈ, ਬਾਬਾ ਕਬੀਰ ਜੀ ਨੇ ਜ਼ਿਕਰ ਕੀਤਾ, ਕਹਿੰਦੇ ਕੌਣ ਨੇ ਖਾਲਸੇ? ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜੇ ਜਾਨੀ। ਕਿਹੜੇ ਜਨ ਖਾਲਸੇ ਹੋ ਜਾਂਦੇ ਨੇ? ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਪ੍ਰੇਮ, ਜਿਨ੍ਹਾਂ ਦੇ ਅੰਦਰ ਪ੍ਰੇਮ ਜਾਗਰਤ ਹੋ ਗਿਆ। ਹੁਣ ਜਿਹਦੇ ਕੋਲ ਪ੍ਰੇਮ ਜਾਗਰਤ ਹੋ ਗਿਆ, ਪ੍ਰੇਮਾ ਭਗਤੀ ਜਿਹਦੇ ਕੋਲ ਆ ਗਈ, ਉਹ ਕਿਉਂ ਕਿਸੇ ਨੂੰ ਗੁਲਾਮ ਕਰਨਾ ਚਾਹੇਗਾ? ਕਿਉਂ ਕਿਸੇ ਨੂੰ ਆਪਣੇ ਅੰਡਰ ਰੱਖਣਾ ਚਾਹੇਗਾ? ਉਹ ਤਾਂ ਉਸਦੇ ਪ੍ਰੇਮ ਵਿੱਚ ਰਹੇਗਾ ਨਾ, ਔਰ ਉਹ ਕਿਸੇ ਦੀ ਗੁਲਾਮੀ ਵੀ ਨਹੀਂ ਕਰ ਪਾਏਗਾ। ਉਹ ਇੱਕੋ ਦੀ ਚਾਕਰੀ ਕਰਦਾ ਹੈ। ਉਹ ਕਹਿੰਦਾ ਹਮ ਚਾਕਰ ਗੋਬਿੰਦ ਕੇ, ਠਾਕੁਰ ਮੇਰਾ ਪਾਰਾ, ਕਰਨ ਕਰਾਵਨ ਸਗਲ ਵਿਦ, ਸੋਈ ਸਤਿਗੁਰੂ ਹਮਾਰਾ। ਉਹਦੀ ਚਾਕਰੀ ਫਿਰ ਉਹ ਕਰਦਾ ਹੈ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਦੱਸ ਦਿੱਤਾ, ਬਈ ਤੁਸੀਂ ਕਿਹਨੂੰ ਖਾਲਸਾ ਸਮਝਿਓ? ਪਹਿਰਾਵੇ ਨੂੰ ਨਾ ਸਮਝ ਲਿਓ ਜਿਵੇਂ ਅਸੀਂ ਪਹਿਨਿਆ ਹੋਇਆ ਹੈ, ਪਹਿਰਾਵੇ ਨੂੰ ਨਾ ਸਮਝਿਓ। ਇਹ ਤਾਂ ਇੱਕ ਵਰਦੀ ਹੈ, ਇੱਕ ਯੂਨੀਫਾਰਮ ਹੈ। ਇਹ ਜਿਹੜੇ ਕਕਾਰ ਨੇ, ਇਹ ਜਿਹੜੀ ਰਹਿਤ ਮਰਿਆਦਾ ਹੈ, ਇਹ ਸਾਨੂੰ ਮਨ ਦੀ ਮਰਿਆਦਾ ਵਿੱਚ ਲੈ ਕੇ ਜਾਂਦੀ ਹੈ। ਮਨ ਨੂੰ ਕਿਵੇਂ ਰੱਖਣਾ, ਉਹ ਮਹਾਰਾਜ ਨੇ ਖਾਲਸੇ ਦੀ ਪਰਿਭਾਸ਼ਾ ਦੱਸ ਦਿੱਤੀ। ਮਹਾਰਾਜ ਕਹਿੰਦੇ ਪੂਰਨ ਜੋਤ ਜਗੈ ਘਟ ਮੈਂ, ਜਿਹਦੇ ਹਿਰਦੇ ਵਿੱਚ ਪਰਮਾਤਮਾ ਦੀ ਪੂਰਨ ਜੋਤ ਜਗ ਗਈ। ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨਾ ਖਾਲਸ ਜਾਣੇ। ਮਹਾਰਾਜ ਕਹਿੰਦੇ ਉਹਨੂੰ ਜਾਣੋ ਤੁਸੀਂ, ਉਹ ਖਾਲਸਾ, ਉਹ ਨਿਰਮਲ ਆ, ਉਹ ਸ਼ੁੱਧ ਆ, ਉਹ ਪਿਓਰ ਆ, ਜਿਹਦੇ ਅੰਦਰ ਪੂਰਨ ਪਰਮਾਤਮਾ ਦੀ ਜੋਤ ਜਗ ਗਈ। ਔਰ ਮਹਾਰਾਜ ਹੋਰ ਦੱਸ ਰਹੇ ਨੇ ਖਾਲਸਾ। ਮਹਾਰਾਜ ਕਹਿੰਦੇ ਨੇ ਆਤਮ ਰਸ ਜੇ ਜਾਨ ਹੀ, ਜਿਹਨੇ ਆਪਣੀ ਆਤਮਾ ਵਿੱਚ ਰਸ ਪੁੰਚਣਾ ਸ਼ੁਰੂ ਕਰ ਦਿੱਤਾ ਉਸ ਪਾਰ ਬ੍ਰਹਮ ਪਰਮਾਤਮਾ ਦਾ। ਆਤਮ ਰਸ ਜੇ ਜਾਨ ਹੀ, ਸੋ ਹੈ ਖਾਲਸ ਦੇਵ, ਬ੍ਰਹਮ ਹੈ ਮੋਹ ਮੈਂ ਤਾਸ ਮੈਂ, ਰੰਚਕ ਨਾਹਿਨ ਪੇ। ਜਿਹੜਾ ਆਤਮ ਰਸੀਆ ਹੋ ਗਿਆ, ਜਿਹੜਾ ਦੇਹ ਭਾਵ ਤੋਂ ਪਾਰ ਹੋ ਗਿਆ, ਉਹ ਹੈ ਖਾਲਸ ਦੇਵ। ਉਸ ਖਾਲਸੇ ਵਿੱਚ, ਪਰਮਾਤਮਾ ਵਿੱਚ, ਗੁਰੂ ਵਿੱਚ ਕੋਈ ਵੀ ਫਰਕ ਨਹੀਂ ਹੈ। ਤੋ ਸੰਗਤ ਜੀ, ਇਹ ਖਾਲਸਾ ਬਹੁਤ ਉੱਚੀ ਪਰਿਭਾਸ਼ਾ ਹੈ, ਛੋਟੀ ਨਹੀਂ। ਠੀਕ ਹੈ, ਅਸੀਂ ਸਾਰਿਆਂ ਨੇ ਅੰਮ੍ਰਿਤ ਛਕਿਆ ਹੋਇਆ ਹੈ, ਜਿਨ੍ਹਾਂ ਨੇ ਵੀ ਛਕਿਆ ਹੋਇਆ ਹੈ। ਸੋ ਬਾਣੀਆਂ ਵੀ ਪੜ੍ਹਦੇ ਹਾਂ, ਬਾਣੀ ਨਾਲ ਵੀ ਪ੍ਰੇਮ ਕਰਦੇ ਹਾਂ, ਪਰ ਅਸੀਂ ਖਾਲਸੇ ਨਹੀਂ ਹੋਏ। ਖਾਲਸਾ ਮਤਲਬ ਨਿਰਮਲ, ਪਵਿੱਤਰ। ਸੋ ਸਿੱਧੇ ਸਿੱਧੇ ਫਾਰਮੂਲੇ ਬਾਣੀ ਵਿੱਚ ਦਿੱਤੇ ਗਏ ਨੇ ਪਵਿੱਤਰ ਹੋਣ ਦੇ ਲਈ। ਨਿਰਮਲ ਹੋਏ ਸੇ ਜਨਾ ਜਿਨੀ ਹਰਿ ਧਿਆਇਆ। ਜਿਹੜੇ ਹਰੀ ਨੂੰ ਧਿਆਉਂਦੇ ਨੇ ਉਹ ਨਿਰਮਲ ਨੇ। ਹੁਣ ਅਸੀਂ ਦੇਖੋ ਸਾਰਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨਿਆਂ ਨੂੰ ਧਿਆਉਂਦੇ ਹਾਂ। ਸਾਡੇ ਮਨ ਵਿੱਚ ਕਿਹੜੇ ਕਿਹੜੇ ਦੇ ਧਿਆਨ ਆਉਂਦੇ ਪਏ ਨੇ। ਸੋ ਮਹਾਰਾਜ ਕਹਿੰਦੇ ਕਿਰਤ ਕਰਦੇ ਆ ਵੀ ਤੁਹਾਨੂੰ ਪਰਮਾਤਮਾ ਹੀ ਯਾਦ ਰਹੇ।
ਪਰਿਵਾਰਾਂ 'ਚ ਵਿਚਰਦਿਆਂ ਵੀ ਪਰਮਾਤਮਾ ਹੀ ਯਾਦ ਰਹੇ, ਖਾਂਦਿਆਂ ਵੀ ਪਰਮਾਤਮਾ ਯਾਦ ਰਹੇ। ਸੋ ਅਸੀਂ ਆਪਣੇ ਆਪ ਨੂੰ ਅੱਜ ਅਸੀਂ ਚੈੱਕ ਕਰਨਾ ਹੈ। ਕੋਈ ਥੋੜ੍ਹਾ ਜਿਹਾ ਪਿੱਛੇ ਹੋਵੇਗਾ, ਕੋਈ ਥੋੜ੍ਹਾ ਜਿਹਾ ਅੱਗੇ ਹੋਵੇਗਾ, ਲੇਕਿਨ ਅਸੀਂ ਹਾਲੇ ਪਹੁੰਚੇ ਕੋਈ ਵੀ ਨਹੀਂ ਮੰਜ਼ਿਲ ਦੇ ਉੱਤੇ। ਸੋ ਅੱਜ ਦਾ ਸਾਡਾ ਸੰਗਤ ਦਾ ਇਹੀ ਮਕਸਦ ਹੈ ਕਿ ਅਸੀਂ ਆਪਣੇ ਆਪ ਨੂੰ ਸ਼ੁੱਧ ਕਰਨ ਵਿੱਚ ਲੱਗੀਏ, ਪਿਓਰ ਕਰਨ ਵਿੱਚ ਲੱਗੀਏ, ਖਾਲਸ ਕਰਨ ਵਿੱਚ ਲੱਗੀਏ। ਸੋ ਭਾਈ ਨੰਦ ਲਾਲ ਜੀ ਨੇ ਵੀ ਖਾਲਸੇ ਦੀ ਜਿਹੜੀ ਉਹ ਪਰਿਭਾਸ਼ਾ ਦੱਸੀ, ਬੜੀ ਸੁੰਦਰ। ਉਹ ਕਹਿੰਦੇ ਨੇ, ਜਿਹੜਾ ਭਾਈ ਨੰਦ ਲਾਲ ਜੀ ਦੇ ਰਹਿਤਨਾਮੇ ਤੇ ਪੰਥਕ ਲਿਖਤਾਂ ਨੇ, ਤੁਹਾਨੂੰ ਮਿਲ ਜਾਏਗਾ ਇਹਦੇ ਵਿੱਚ। ਉਹ ਕਹਿੰਦੇ ਨੇ ਖਾਲਸਾ ਸੋਏ ਜੋ ਨਿੰਦਾ ਤਿਆਗੇ। ਹੁਣ ਆਪਣੇ ਆਪ ਨੂੰ ਅਸੀਂ ਚੈੱਕ ਕਰੀ ਜਾਣਾ, ਦੂਜੇ ਨੂੰ ਨਹੀਂ ਦੇਖਣਾ ਉਹ ਨਿੰਦਾ ਕਰਨ ਵਾਲਾ। ਅੱਜ ਆਪਣੇ ਆਪ ਨੂੰ ਦੇਖਾਂਗੇ, ਅਸੀਂ ਕਰਦੇ ਹਾਂ ਕਿਸੇ ਦੀ ਨਿੰਦਿਆ, ਅਸੀਂ ਖਾਲਸੇ ਨਹੀਂ ਵੀ ਹੋ ਸਕਦੇ। ਖਾਲਸਾ ਸੋਏ ਜੋ ਨਿੰਦਾ ਤਿਆਗੇ, ਖਾਲਸਾ ਸੋਏ ਲੜੇ ਹੋਏ ਆਗੇ। ਉਹ ਖਾਲਸਾ ਆ ਜਿਹੜਾ ਦੂਸਰੇ ਕਿਸੇ ਤੇ ਮੁਸੀਬਤ ਆ ਜਾਵੇ ਤਾਂ ਅੱਗੇ ਮੋਹਰੇ ਹੋ ਕੇ ਉਹਦਾ ਬਚਾਅ ਕਰਨ ਲੱਗ ਜਾਵੇ, ਉਹ ਹੈ ਖਾਲਸਾ। ਖਾਲਸਾ ਸੋਏ ਜੋ ਪੰਜ ਕੋ ਮਾਰੇ, ਜਿਹੜੇ ਪੰਜ ਵਿਕਾਰਾਂ ਨੂੰ ਮਾਰ ਲੈਂਦਾ। ਸਾਨੂੰ ਤਾਂ ਸਤਾ ਰਹੇ ਨੇ ਇਹ ਵਿਕਾਰ। ਕਾਮਨਾਵਾਂ ਸਾਡੀਆਂ ਬੇਅੰਤ ਨੇ, ਜਿਹਦੇ 'ਚ ਅਸੀਂ ਉਲਝੇ ਫਿਰਦੇ ਹਾਂ ਤ੍ਰਿਸ਼ਨਾ ਦੇ ਵਿੱਚ। ਕ੍ਰੋਧ ਅਲੱਗ-ਅਲੱਗ ਪੈਰਾਮੀਟਰ ਹੋ ਸਕਦਾ, ਕਿਸੇ ਨੂੰ ਘੱਟ ਆਉਂਦਾ, ਕਿਸੇ ਨੂੰ ਵੱਧ ਆਉਂਦਾ, ਲੇਕਿਨ ਇਹ ਵਿਕਾਰ ਸਾਨੂੰ ਚੰਬੜਿਆ ਹੋਇਆ। ਲੋਭ, ਕਿੰਨਾ ਲੋਭ ਹੈ, ਇਕੱਠਾ ਕਰਨ ਦਾ ਲੋਭ, ਜਾਂ ਕਿਸੇ ਵੀ ਤਰ੍ਹਾਂ ਗਲਤ ਤਰੀਕੇ ਦੇ ਨਾਲ ਲਿਆਉਣ ਦਾ ਲੋਭ, ਕਿਸੇ ਨੂੰ ਧੋਖਾ ਦੇ ਕੇ ਲੁੱਟਣ, ਇਹ ਸਾਰਾ ਕੀ ਹੈ? ਲੋਭ ਹੈ। ਮੋਹ, ਕਿੰਨੇ ਫਸੇ ਹੋਏ ਅਸੀਂ ਮੋਹ ਵਿੱਚ। ਮੋਹ ਇਕੱਲਾ ਪਰਿਵਾਰ ਦਾ ਹੀ ਨਹੀਂ ਮੋਹ ਹੁੰਦਾ, ਸਾਨੂੰ ਭੁਲੇਖਾ ਹੈ ਕਿ ਪਰਿਵਾਰ ਦਾ ਹੀ ਮੋਹ ਹੈ। ਕਿਸੇ ਵੀ ਚੀਜ਼ ਦਾ ਮੋਹ, ਚਾਹੇ ਸਟੇਟਸ ਦਾ ਮੋਹ, ਪਦਾਰਥਾਂ ਦਾ ਮੋਹ, ਇਹ ਸਭ ਮੋਹ ਹੀ ਹੈ। ਦੇਹ ਦਾ ਮੋਹ, ਮੋਹ ਹੀ ਹੈ। ਲੋਭ, ਮੋਹ, ਹੰਕਾਰ, ਇਹ ਤਾਂ ਹੈ ਹੀ ਹੈ ਸਾਡੇ ਸਾਰਿਆਂ ਵਿੱਚ। ਸਾਡੀ ਈਗੋ ਕਿੰਨੀ ਹੈ, ਸਾਡਾ ਮੈਂ ਕਿੰਨੀ ਹੈ, ਵੀ ਮੈਂ ਤਾਂ ਇਹ ਸਾਨੂੰ ਸਾਰਿਆਂ ਨੂੰ, ਕਿਸੇ ਨੂੰ ਥੋੜਾ ਘੱਟ ਹੋ ਸਕਦਾ, ਕਿਸੇ ਨੂੰ ਵੱਧ, ਲੇਕਿਨ ਇਹ ਸਾਰੇ ਇਹਦੇ ਵਿੱਚ ਅਸੀਂ ਫਸੇ ਹੋਏ ਹਾਂ। ਤੋ ਭਾਈ ਨੰਦ ਲਾਲ ਜੀ ਉਹੀ ਕਹਿ ਰਹੇ ਨੇ ਜੋ ਗੁਰੂ ਮਹਾਰਾਜ ਨੇ ਵਚਨ ਕੀਤੇ ਨੇ। ਉਹ ਕਹਿ ਰਹੇ ਨੇ ਜਿਹੜਾ ਪੰਜਾਂ ਨੂੰ ਮਾਰ ਲੈਂਦਾ ਉਹ ਖਾਲਸਾ ਆ। ਤੇ ਉਹ ਕਹਿੰਦੇ ਖਾਲਸਾ ਸੋਏ ਜੋ ਕਰਮ ਕੋ ਸਾੜੇ। ਕਰਮ ਨੂੰ ਸਾੜਨਾ ਮਤਲਬ ਜਿਹੜੇ ਪੁਰਾਣੇ ਸਾਡੀਆਂ ਜਿੰਨੇ ਵੀ ਮੈਲਾਂ ਨੇ, ਉਹਨਾਂ ਨੂੰ ਜਿਹੜਾ ਨਾਮ ਦੇ ਵਿੱਚ, ਗੁਰੂ ਦੇ ਪ੍ਰੇਮ ਵਿੱਚ ਰੰਗ ਕੇ ਸਾੜ ਲੈਂਦਾ। ਅਗਰ ਸਾਡੇ ਸੁਭਾਅ ਬਦਲੀ ਜਾ ਰਹੇ ਨੇ, ਗੰਦੀਆਂ ਆਦਤਾਂ ਛੁੱਟੀ ਜਾ ਰਹੀਆਂ ਨੇ, ਸਮਝ ਲਓ ਸਾਡੇ ਕਰਮ ਉਹ ਸਾਡੇ ਸੜ ਰਹੇ ਨੇ। ਅਗਰ ਉਸੇ ਤਰ੍ਹਾਂ ਹੀ ਅਸੀਂ ਉਸੇ ਪੈਟਰਨ ਵਿੱਚ ਚੱਲ ਰਹੇ ਹਾਂ, ਫਿਰ ਅਸੀਂ ਆਪਣੇ ਆਪ ਨੂੰ ਚੈੱਕ ਕਰਕੇ, ਸਿਰਫ ਆਪਣੇ ਆਪ ਨੂੰ ਅਸੀਂ ਚੈੱਕ ਕਰਨਾ, ਸਿਰਫ ਆਪਣੇ ਆਪ ਨੂੰ ਦੇਖਣਾ। ਸਾਡੀ ਜੀਵਨ ਸਾਡਾ ਹੈ, ਮੰਜ਼ਿਲ ਤੇ ਅਸੀਂ ਪਹੁੰਚਣਾ ਹੈ ਸੰਗਤ ਜੀ। ਅਗਲਾ ਹੈ ਖਾਲਸਾ ਸੋ ਜੋ ਮਾਨ ਤਿਆਗੇ। ਕਿਸੇ ਗੱਲ ਦਾ ਮਾਣ ਨਹੀਂ ਕਰਨਾ। ਉਹ ਇਹ ਮੈਲ ਆ, ਜਦੋਂ ਮੈਂ ਇਹ ਬੜੀ ਵੱਡੀ ਮੈਲ ਆ। ਤੇ ਖਾਲਸਾ ਜਿਹੜਾ ਆ ਜੋ ਪਰ ਦ੍ਰਿਸ਼ਟ ਕੋ ਤਿਆਗੇ। ਹੁਣ ਪਰਾਈ ਦ੍ਰਿਸ਼ਟੀ ਨਾਲ ਨਹੀਂ ਕਿਸੇ ਨੂੰ ਦੇਖਦਾ, ਸਭ ਆਪਣੇ ਲੱਗਦੇ ਨੇ, ਪਰਾਏ ਰੂਪ ਵੱਲ ਵੀ ਨਹੀਂ ਦੇਖਦਾ। ਸੋ ਖਾਲਸਾ ਅਗਲਾ ਕਹਿ ਦਿੱਤਾ ਵੀ ਜਿਹੜਾ ਨਾਮ ਰਤ ਲੱਗੇ, ਜਿਹੜਾ ਨਾਮ ਰਤ ਹੁੰਦਾ ਪ੍ਰੇਮ, ਜਿਹੜਾ ਪ੍ਰੇਮ ਦੇ ਰੰਗ ਵਿੱਚ ਰੰਗਿਆ ਹੋਇਆ ਉਹ ਖਾਲਸਾ। ਹੁਣ ਆਪਾਂ ਨੂੰ ਤਾਂ ਪਤਾ ਹੀ ਹੈ, ਅਸੀਂ ਕਦੀ ਪ੍ਰੇਮ ਵਿੱਚ ਆ ਜਾਂਦੇ ਹਾਂ, ਕਦੀ ਨਹੀਂ ਹੁੰਦੇ। ਇੱਥੇ ਅਸੀਂ ਪਹੁੰਚਣਾ, ਅੱਜ ਇੱਥੇ ਮਿਹਨਤ ਕਰਨੀ ਸ਼ੁਰੂ ਕਰਨੀ ਅੱਜ ਤੋਂ ਹੀ ਅਸੀਂ। ਖਾਲਸਾ ਜਿਹੜਾ ਗੁਰਬਾਣੀ ਸੋ ਜੋ ਗੁਰਬਾਣੀ ਹਿੱਤ ਲਾਵੇ। ਇੱਕ ਹੁੰਦਾ ਗੁਰਬਾਣੀ ਪੜ੍ਹਨੀ, ਇੱਕ ਹੁੰਦਾ ਉਹਨੂੰ ਗੁਰਬਾਣੀ ਨੂੰ ਹਿੱਤ ਪ੍ਰੇਮ ਕਰਨਾ। ਜੋ ਕਿਹਾ ਗੁਰੂ, ਮਤਲਬ ਗੁਰਬਾਣੀ ਨੂੰ ਪ੍ਰੇਮ ਕਰਨਾ ਮਤਲਬ ਜੋ ਗੁਰੂ ਮਹਾਰਾਜ ਨੇ ਕਿਹਾ ਉਹਦੇ ਤੇ ਆਪਣੇ ਵੱਲੋਂ ਚੱਲਣ ਦੀ ਕੋਸ਼ਿਸ਼ ਕਰੀ ਜਾਣੀ। ਫੇਲ ਹੋ ਜਾਵਾਂਗੇ ਬਾਰ-ਬਾਰ, ਫਿਰ ਕਿਉਂਕਿ ਜਨਮਾਂ ਜਨਮਾਂ ਦੀ ਮੈਲ ਲੱਗੀ, ਫਿਰ ਚੱਲਣਾ। ਇਹ ਹਿੱਤ ਲਾਉਣਾ ਹੁੰਦਾ, ਇਹ ਪ੍ਰੇਮ ਕਰਨਾ ਹੁੰਦਾ। ਔਰ ਗੁਰੂ ਮਹਾਰਾਜ ਜੀ ਦੇਖ ਰਹੇ ਨੇ, ਹਮੇਸ਼ਾ ਹੀ 24 ਘੰਟੇ ਸਾਨੂੰ ਦੇਖ ਰਹੇ ਨੇ। ਅਗਲਾ ਹੈ ਖਾਲਸਾ ਜੋ ਸਾਰ ਹੂੰ ਖਾਏ, ਜਿਹੜਾ ਮਤਲਬ ਸਟੀਲ ਨੂੰ, ਲੋਹੇ ਨੂੰ ਵੀ ਚਬਾ ਜਾਂਦਾ, ਮਤਲਬ ਇੰਨਾ ਸ਼ਕਤੀਸ਼ਾਲੀ, ਇੰਨਾ ਜੁਝਾਰੂ ਖਾਲਸਾ। ਇਹ ਸਾਰੀ ਮਨ ਦੀ ਜੰਗ ਹੈ ਸੰਗਤ ਜੀ। ਅਸੀਂ ਮਨ ਦੇ ਗੁਲਾਮ ਹਾਂ। ਹਿੰਦੁਸਤਾਨੀ ਮਨ ਦੇ ਗੁਲਾਮ ਹੋ ਗਏ ਸੀ ਜਦੋਂ ਫਿਰ ਸਰੀਰਾਂ ਨੂੰ ਵੀ ਆ ਕੇ ਗੁਲਾਮ ਕਰ ਲਿਆ ਗਿਆ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦਾ ਮਨ ਜੀਤਾ ਜਗ ਜੀਤ। ਜਿਹਨੇ ਮਨ ਨੂੰ ਜਿੱਤ ਲਿਆ ਉਹ ਇੱਕ ਰਾਜੇ ਨੂੰ ਕੀ, ਉਹ ਤਾਂ ਜਗ ਨੂੰ ਜਿੱਤ ਲੈਂਦਾ। ਉਹ ਕਿਸੇ ਦੀ ਗੁਲਾਮੀ ਕਰ ਨਹੀਂ ਸਕਦਾ। ਅਸੀਂ ਆਪਣੇ ਗੁਲਾਮ ਹਾਂ, ਆਪਣੀਆਂ ਇੱਛਾਵਾਂ ਦੇ, ਆਪਣੀਆਂ ਵਾਸਨਾਵਾਂ ਦੇ, ਆਪਣੀਆਂ ਮੇਲਾਂ ਦੇ ਗੁਲਾਮ ਹੈ। ਨਹੀਂ ਤਾਂ ਸਾਨੂੰ ਕੋਈ ਗੁਲਾਮ ਨਹੀਂ ਕਰ ਸਕਦਾ।
ਸਾਰਿਆਂ ਦਾ ਸਾਡਾ ਇਹੀ ਹਾਲ ਹੈ, ਕੋਈ ਘੱਟ ਹੈ ਕੋਈ ਵੱਧ ਹੈ, ਇਹ ਅਸੀਂ ਆਪਣੇ ਆਪ ਨੂੰ ਦੇਖਣਾ, ਅੱਜ ਦੂਜੇ ਨੂੰ ਨਹੀਂ ਦੇਖਣਾ, ਸਿਰਫ ਆਪਣੇ ਆਪ ਨੂੰ ਦੇਖਣਾ, ਖਾਲਸਾ ਅਸੀਂ ਬਣਨਾ ਹੈ। ਸੋ ਬਾਣੀ ਨੇ ਕਿੰਨਾ ਸੋਹਣਾ ਸਾਨੂੰ ਸਮਝਾ ਦਿੱਤਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਨੇ, ਤੂੰ ਅਗਰ ਖਾਲਸਾ ਬਣਨਾ ਨਾ, ਤਾਂ ਫਿਰ ਤੂੰ ਕੀ ਕਰ, ਪੰਜ ਮਨਾਏ ਪੰਜ ਰਸਾਏ ਪੰਜ ਗਵਾਏ, ਪੰਜ ਮਨਾਏ ਪੰਜ ਰਸਾਏ ਪੰਜ ਵਸਾਏ ਪੰਜ ਗਵਾਏ, ਇਨ ਵਿਦ ਨਗਰ ਮੁੱਠਾ ਮੇਰੇ ਭਾਈ, ਦੁਰਤ ਗਿਆ ਗੁਰ ਗਿਆਨ ਦ੍ਰਿੜ। ਕਹਿੰਦੇ ਆ ਜਿਹੜਾ ਤਾਂ ਨਗਰ ਹੈ ਨਾ, ਤੇਰਾ ਸਾਰਾ ਆਬਾਦ ਹੋ ਜਾਏਗਾ, ਤੇਰੀਆਂ ਕਰਮ ਇੰਦਰੀਆਂ, ਤੇਰੀਆਂ ਗਿਆਨ ਇੰਦਰੀਆਂ, ਜਿਨ੍ਹਾਂ ਦੇ ਨਾਲ ਸਾਡਾ ਜੀਵਨ ਚੱਲ ਰਿਹਾ, ਤੇਰਾ ਨਗਰ ਆਬਾਦ ਹੋ ਜਾਏਗਾ। ਕਰ ਕੀ, ਪੰਜਾਂ ਨੂੰ ਮਨਾ ਲਾ, ਪੰਜ ਮਨਾਏ, ਕਿਹਨਾਂ ਨੂੰ ਮਨਾ, ਪੰਜ ਗੁਣਾਂ ਨੂੰ ਮਨਾ ਲਾ। ਮਤਲਬ ਤੇਰਾ ਜੀਵਨ ਇਦਾਂ ਦਾ ਹੋਵੇ, ਤੇਰੇ ਅੰਦਰ ਸਤ, ਸੰਤੋਖ, ਦਇਆ, ਧਰਮ, ਧੀਰਜ ਹੋਵੇ, ਇਹ ਗੁਣ ਹੋਣ ਤੇਰੇ ਕੋਲ। ਉੱਚਾ ਆਚਰਣ ਹੋਵੇ ਤੇਰੇ ਕੋਲ, ਸਤ ਮਤਲਬ ਉੱਚਾ, ਸੰਤੋਖ, ਜੋ ਮਿਲ ਰਿਹਾ ਹੈ ਮਿਹਨਤ ਕਰ, ਸਬਰ ਸੰਤੋਖ ਵਿੱਚ ਰਹਿ, ਦਇਆ ਹੋਵੇ ਤੇਰੇ ਅੰਦਰ ਦੂਸਰੇ ਲਈ। ਮਹਾਰਾਜ ਦੀ ਦਇਆ ਹੀ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ। ਧਰਮ ਹੋਵੇ ਤੇਰੇ ਅੰਦਰ, ਰੱਬੀ ਕਾਨੂੰਨਾਂ ਨੂੰ ਤੂੰ ਫੋਲੋ ਕਰਦਾ ਹੋਵੇਂ, ਤੋੜਦਾ ਨਾ ਹੋਵੇਂ, ਗੁਰੂ ਦੇ ਦੱਸੇ ਕਾਨੂੰਨਾਂ ਦੇ ਵਿੱਚ ਚੱਲਦਾ ਹੋਵੇਂ। ਸਤ, ਸੰਤੋਖ, ਦਇਆ, ਧਰਮ, ਧੀਰਜ, ਇਹ ਗੁਣ ਹੋਣ ਤੇਰੇ ਕੋਲ। ਇਹਨਾਂ ਨੂੰ ਤੂੰ ਮਨਾ ਲਾ, ਆਪਣੇ ਜੀਵਨ ਵਿੱਚ ਲੈ ਆ, ਅਗਰ ਨਹੀਂ ਹੈਗੇ ਤਾਂ ਲੈ ਆ। ਹੁਣ ਪੰਜ ਰਸਾਏ, ਪੰਜਾਂ ਨੂੰ ਰਸਾ ਦੇ, ਪੰਜ ਵਿਕਾਰ ਜਿਹੜੇ ਨੇ ਇਹਨਾਂ ਨੂੰ ਰਸਾ, ਇਹਨਾਂ ਨੂੰ ਜੀਵਨ ਵਿੱਚੋਂ ਕੱਢ ਦੇ। ਇਹ ਸ਼ਕਤੀਆਂ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਲੇਕਿਨ ਇਹਨਾਂ ਦਾ ਪੋਜ਼ਿਟਿਵ ਰੂਪ ਜੀਵਨ ਵਿੱਚ ਲੈ ਕੇ ਆਣਾ। ਕਾਮਨਾ ਨਹੀਂ ਹੋਵੇਗੀ ਤਾਂ ਅਸੀਂ ਧਰਮੀ ਵੀ ਨਹੀਂ ਬਣਾਂਗੇ, ਕਾਮਨਾ ਨਹੀਂ ਹੋਵੇਗੀ, ਅਸੀਂ ਚੰਗੇ ਗੁਣਾਂ ਦੀ ਅਗਰ ਕਾਮਨਾ ਨਹੀਂ ਹੋਵੇਗੀ, ਅਸੀਂ ਉਹ ਵੀ ਨਹੀਂ ਕਰ ਪਾਵਾਂਗੇ। ਕਾਮਨਾ ਨਹੀਂ ਹੋਵੇਗੀ, ਅਮੰਗ ਉਤਸ਼ਾਹ ਨਹੀਂ ਜੀਵਨ ਦੇ ਵਿੱਚ ਹੋਵੇਗਾ। ਕਾਮਨਾ ਨਹੀਂ ਹੋਵੇਗੀ, ਅਸੀਂ ਕਿਰਤ ਤੱਕ ਵੀ ਨਹੀਂ ਕਰ ਪਾਵਾਂਗੇ, ਪਏ ਹੀ ਰਵਾਂਗੇ। ਨਹੀਂ, ਉਮੰਗ ਉਤਸ਼ਾਹ ਲੈ ਕੇ ਆਂਦੀ ਕਾਮਨਾ। ਲੇਕਿਨ ਤਾਂ ਕਹਿੰਦੇ ਗੁਰਮਤਿ ਅਨੁਸਾਰ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ, ਬੇਨਤੀ ਕਰਦੇ ਅਰਦਾਸ ਵੇਲੇ। ਸੋ ਗੁਰੂ ਦੀ ਆਸ਼ਾ ਅਨੁਸਾਰ ਸਾਡੀਆਂ ਕਾਮਨਾਵਾਂ ਹੋਣ, ਕਾਮਨਾ ਹੋਣੀ ਹੈ, ਚੰਗੀਆਂ ਕਾਮਨਾਵਾਂ ਹੋਣ, ਜਿਹੜੀਆਂ ਸਾਡੇ ਜੀਵਨ ਨੂੰ ਵਿਕਾਸ ਵੱਲ ਲੈ ਜਾਣ, ਔਰ ਜਿਹੜੀ ਸਾਡੇ ਰੂਹ ਨੂੰ ਵਿਕਾਸ ਵੱਲ ਲੈ ਜਾਣ, ਇਦਾਂ ਦੀਆਂ ਕਾਮਨਾਵਾਂ। ਕ੍ਰੋਧ, ਇਹ ਰੋਹ ਵਿੱਚ ਹੋਵੇ, ਇਹ ਥੋੜੀ ਤੁਸੀਂ ਗਲਤ ਜੋ ਹੋ ਰਿਹਾ ਤੁਸੀਂ ਉਹਨੂੰ ਦੇਖੀ ਚਲੇ ਜਾਓਗੇ। ਇਸੇ ਕਾਰਨ ਤਾਂ ਹਿੰਦੁਸਤਾਨੀ ਗੁਲਾਮ ਬਣ ਗਏ। ਗਲਤ ਨੂੰ ਗਲਤ ਕਹਿਣ ਦੀ ਵੀ ਤੇਰੀ ਹਿੰਮਤ ਹੋਵੇ, ਲੇਕਿਨ ਨਜਾਇਜ਼ ਨਹੀਂ ਕਿਸੇ ਨਾਲ ਕੁਝ ਵੀ ਕਰਨਾ, ਨਜਾਇਜ਼ ਨਹੀਂ। ਕ੍ਰੋਧ ਤਾਂ ਨਾ ਹੋਵੇ, ਕਾਰਨ ਹੋਵੇ ਉਹਦੇ ਪਿੱਛੇ ਕੋਈ ਸੱਚਾਈ ਹੋਵੇ, ਫਿਰ ਉਹ ਤੇਰਾ ਜਾਇਜ਼ ਹੈ, ਉਹ ਤੇਰਾ ਮਾੜਾ ਕਰਮ ਨਹੀਂ ਫਿਰ ਬਣੇਗਾ। ਮਨ ਚ ਮੇਲ ਹੈ, ਫਿਰ ਤੇਰਾ ਮਾੜਾ ਕਰਮ ਬਣੇਗਾ। ਲੋਭ, ਸ਼ੁਭ ਲੋਭ ਹੋਵੇ, ਮੈਂ ਆਪਣਾ ਕਲਿਆਣ ਕਰਨਾ, ਆਪਣਾ ਜੀਵਨ ਮਿਲਿਆ, ਇਹਨੂੰ ਵੱਧ ਤੋਂ ਵੱਧ ਸਵਾਰਨਾ, ਇਦਾਂ ਦਾ ਲੋਭ ਰੱਖ ਕੇ ਚੱਲੀਏ। ਮੋਹ, ਮੋਹ ਵੀ ਹੋਵੇ ਤਾਂ ਉਹੀ ਮੋਹ ਹੋਵੇ ਜਿਹੜਾ ਕਿ ਮਤਲਬ ਹੁਣ ਗੁਰੂ ਮਹਾਰਾਜ ਜੀ ਕਹਿੰਦੇ ਨੇ, ਅਗਰ ਪਰਮਾਤਮਾ ਮੋਹ ਹੀ ਨਾ ਪਾਉਂਦਾ, ਪਰਿਵਾਰ ਨੂੰ ਕੌਣ ਪਾਲਦਾ। ਕੁਰਬਾਨ ਕੀਤਾ ਤਿਸੇ ਬਿਟੋ ਜਿਨ ਮੋਹ ਮਿੱਠਾ ਲਾਇਆ, ਇਹ ਮਿੱਠਾ ਹੈ। ਮਾਂ ਨੂੰ ਅਗਰ ਮੋਹ ਨਾ ਹੋਵੇ ਤਾਂ ਉਹ ਕਦੀ ਨਾ ਬੱਚੇ ਨੂੰ ਇੰਨਾ ਪਿਆਰ ਕਰੇ, ਇੰਨਾ ਉੱਤੇ ਆਪਣਾ ਜੀਵਨ ਕੁਰਬਾਨ ਕਰਕੇ ਰੱਖ ਦੇਵੇ। ਇਹ ਪਰਮਾਤਮਾ ਦੀ ਇੱਕ ਬਖਸ਼ਿਸ਼ ਹੈ, ਗੁਣ ਹੈ, ਲੇਕਿਨ ਉਹਦੇ ਵਿੱਚ ਫਸ ਨਹੀਂ ਜਾਣਾ। ਇਹ ਗੁਰੂ ਮਹਾਰਾਜ ਜੀ ਕਿਰਪਾ ਕਰਨ ਸਾਡੇ ਸਾਰਿਆਂ ਤੇ। ਲੋਭ, ਮੋਹ, ਹੰਕਾਰ, ਇਹ ਹੰਕਾਰ ਵੀ ਅਗਰ ਸਵੈਮਾਨ ਵਿੱਚ ਆ ਜਾਵੇ, ਸੈਲਫ ਰਿਸਪੈਕਟ ਵਿੱਚ ਆ ਜਾਵੇ ਇਹ ਸ਼ਕਤੀ, ਤਾਂ ਇਹ ਜਿਹੜੇ ਵਿਕਾਰ ਨੇ, ਇਹ ਫਿਰ ਸਾਡੇ ਵਿਕਾਰ ਨਹੀਂ ਰਹਿ ਜਾਂਦੇ, ਫਿਰ ਇਹ ਸ਼ਕਤੀਆਂ ਜਿਹੜੀਆਂ ਸਾਡੇ ਅੰਡਰ ਕੰਮ ਕਰਨ ਲੱਗ ਜਾਂਦੇ ਹੈ। ਇਹ ਸ਼ਕਤੀਆਂ, ਇਹਨਾਂ ਦਾ ਮੈਲਾ ਰੂਪ ਜਿਹੜੀ ਨੈਗੇਟਿਵ ਅਪਰੋਚ ਹੈ, ਉਹ ਸਾਨੂੰ ਜਿਹੜਾ ਹੈ ਮੈਲੇ ਕਰੀ ਜਾਂਦੀਆਂ ਨੇ। ਇਹਨਾਂ ਦੀ ਪੋਜ਼ਿਟਿਵ ਅਪਰੋਚ ਜਿਹੜੀ ਹੈ ਸਾਨੂੰ ਖਾਲਸਾ ਵੱਲ ਨੂੰ ਲੈ ਕੇ ਜਾਂਦੀ ਹੈ। ਸੋ ਬਿਨਾਂ ਕਾਰਨ ਨਹੀਂ ਪਰਮਾਤਮਾ ਨੇ ਸਾਡੇ ਅੰਦਰ ਇਹ ਪਾਇਆ, ਅਸੀਂ ਉਹਦੇ ਬੱਚੇ ਹਾਂ। ਇਹ ਸ਼ਕਤੀਆਂ ਦਾ ਇਸਤੇਮਾਲ ਸਾਨੂੰ ਕਰਨਾ ਆਉਣਾ ਚਾਹੀਦਾ ਹੈ। ਸੋ ਪੰਜ ਨੂੰ ਮਨਾ ਲਿਆ, ਪੰਜ ਨੂੰ ਰਸਾ ਲਓ, ਪੰਜਾਂ ਨੂੰ ਵਸਾ ਲਓ। ਵਸਾਣਾ ਕੀ ਹੈ? ਜਿਹੜੀ ਪ੍ਰਕਿਰਤੀ ਦੇ ਪੰਜ ਗੁਣ ਨੇ, ਇਹ ਆਪਣੇ ਅੰਦਰ ਪੰਜਾਂ ਤੱਤਾਂ ਦਾ ਬਣਿਆ ਸਰੀਰ ਹੈ, ਧਰਤੀ, ਜਲ, ਅਗਨੀ, ਵਾਯੂ, ਆਕਾਸ਼, ਇਹ ਸਾਰਾ ਕੁਝ, ਇਹਨਾਂ ਦੇ ਗੁਣ ਆਪਣੇ ਅੰਦਰ ਧਾਰਨ ਕਰ ਲੈਣੇ। ਧਰਤੀ ਦਾ ਗੁਣ ਹੈ ਧੀਰਜ, ਉਹ ਗੁਣ ਆਪਣੇ ਅੰਦਰ ਮਹਾਰਾਜ ਜੀ ਕਹਿੰਦੇ ਲੈ ਆਓ। ਪਾਣੀ ਦਾ ਗੁਣ ਹੈ ਨਿਮਰਤਾ, ਧਰਤੀ ਦੇ ਵੀ ਥੱਲੇ ਰਹਿੰਦਾ ਹੈ, ਔਰ ਸ਼ੀਤਲ ਹੈ, ਨਿਰਮਲ ਕਰ ਦਿੰਦਾ ਸਾਰਿਆਂ ਨੂੰ। ਨਿਮਰਤਾ ਵੀ ਹੈ, ਨਿਰਮਲਤਾ ਵੀ ਹੈ। ਆਕਾਸ਼, ਇਹ ਵਿਸ਼ਾਲਤਾ ਹੈ, ਇਹ ਵੀ ਮਹਾਰਾਜ ਕਹਿੰਦੇ ਹਿਰਦਾ ਵਿਸ਼ਾਲ ਰੱਖੋ ਆਪਣਾ, ਸਾਰਿਆਂ ਦਾ ਮਤਲਬ ਪੂਰਾ ਸੰਸਾਰ ਹੀ ਆਪਣਾ ਲੱਗੇ ਇੰਨਾ ਵਿਸ਼ਾਲ ਹੋ ਜਾਓ। ਹਵਾ,
ਸਮਾਨ ਦ੍ਰਿਸ਼ਟੀ ਉਹਦੇ ਕੋਲ ਹੈ। ਉਹ ਨਹੀਂ ਦੇਖਦੀ ਮੈਂ ਗਰੀਬ ਦੇ ਨਹੀਂ ਜਾਣਾ, ਮੈਂ ਤਾਂ ਪੰਡਤਾਂ ਬ੍ਰਾਹਮਣਾਂ ਦੇ ਜਾਣਾ, ਮੈਂ ਤਾਂ ਅਮੀਰਾਂ ਦੇ ਜਾਣਾ, ਇਸ ਤਰ੍ਹਾਂ ਨਹੀਂ ਕਰਦੀ। ਉਹ ਸਾਰਿਆਂ ਦੇ ਘਰ ਵਿੱਚ ਜਾਂਦੀ ਹੈ, ਇੱਕੋ ਹੀ ਸਮਾਨ। ਅਗਨੀ ਵਰਗੀ ਬਹਾਦਰੀ। ਸੋ ਇਹ ਮਹਾਰਾਜ ਜੀ ਕਹਿੰਦੇ ਨੇ ਇਹਨਾਂ ਨੂੰ ਆਪਣੇ ਅੰਦਰ ਤੁਸੀਂ ਵਸਾ ਲਓ। ਇਹ 5 ਪ੍ਰਕਿਰਤੀ ਦੇ ਗੁਣ ਵਸਾਓ, 5 ਨੂੰ ਗਵਾ ਲਓ ਕਿ ਜਿਹੜੀਆਂ ਸਾਡੀਆਂ ਅੱਖਾਂ ਦੇ ਦੋਸ਼, ਕੰਨਾਂ ਦੇ ਦੋਸ਼, ਜੀਭਾਂ ਦੇ ਦੋਸ਼, ਇਹ ਸਾਰਿਆਂ ਨੂੰ ਤੁਸੀਂ ਗਵਾ ਲਓ। ਇੰਦਰੀਆਂ ਦੇ ਦੋਸ਼ ਜਿਹੜੇ ਨੇ ਇਹਨਾਂ ਨੂੰ ਦੂਰ ਕਰ ਦਿਓ, ਤਾਂ ਇਵੇਂ ਤੁਸੀਂ ਜਿਹੜੇ ਸ਼ੁੱਧ ਪਿਓਰ ਖਲਸ ਹੋ ਜਾਓਗੇ, ਤੁਹਾਡਾ ਸਾਰਾ ਹੀ ਨਗਰ ਜਿਹੜਾ ਆਬਾਦ ਹੋ ਜਾਵੇਗਾ। ਸੋ ਅਸੀਂ ਸੁਖਮਨੀ ਸਾਹਿਬ ਦੇ ਵਿੱਚ ਵੀ ਪੜ੍ਹਦੇ ਹਾਂ ਨਾ, ਮਹਾਰਾਜ ਕਹਿੰਦੇ ਭਾਰਤੀ ਰੂਪ ਨਾ ਪੇਖੈ ਨੇਤਰ। ਹੁਣ ਅੱਖਾਂ ਦਾ ਦੱਸਦਾ ਦੋਸ਼ ਕਿਵੇਂ ਦੂਰ ਕਰਨਾ, ਪਰਾਏ ਰੂਪ ਨੂੰ ਨਹੀਂ ਦੇਖਣਾ। ਸਾਧ ਕੀ ਟਹਿਲ ਸੰਤ ਸੰਗ ਹੇਤ। ਸਾਧਾਂ ਦੀ ਟਹਿਲ ਸੇਵਾ ਕਰ, ਸੰਤਾਂ ਦੇ ਨਾਲ ਤੇਰਾ, ਸੱਚੀਆਂ ਰੂਹਾਂ ਦੇ ਨਾਲ ਤੇਰਾ ਪ੍ਰੇਮ ਹੋਵੇ। ਕਰਨ ਨਾ ਸੁਨੇ ਕਾਹੂ ਕੀ ਨਿੰਦਾ। ਕੰਨਾਂ ਦੁਆਰਾ ਕਿਸੇ ਦੀ ਨਿੰਦਿਆ ਨਾ ਸੁਣ ਤੂੰ। ਕੀ ਕਰੀਏ ਫਿਰ, ਨਿੰਦਿਆ ਤਾਂ ਸੁਣਨ ਨੂੰ ਦਿਲ ਕਰਦਾ, ਬੜਾ ਰਸ ਆਉਂਦਾ। ਮਹਾਰਾਜ ਨੇ ਨਾਲ ਫਾਰਮੂਲਾ ਦੇ ਦਿੱਤਾ, ਕਹਿੰਦੇ ਆ ਕਰਨ ਨਾ ਸੁਨੇ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ। ਜਦੋਂ ਕਿਸੇ ਦੀ ਨਿੰਦਿਆ ਕਰਨ ਨੂੰ ਦਿਲ ਕਰੇ ਜਾਂ ਸੁਣੋ, ਤਾਂ ਆਪਣੇ ਆਪ ਨੂੰ ਕਹੋ ਵੀ ਮੈਂ ਤਾਂ ਸਾਰਿਆਂ ਤੋਂ ਮਾੜਾ, ਮੈਂ ਤਾਂ ਮਤਲਬ ਆਪਣੀ ਨੈਗੇਟਿਵਿਟੀ, ਆਪਣੇ ਔਗਣ, ਆਪਣੀਆਂ ਮੈਲਾਂ ਨੂੰ ਉਦੋਂ ਦੇਖਣਾ ਸ਼ੁਰੂ ਕਰ ਦਿਓ। ਭਾਈ ਕਿਸੇ ਦੀ ਕੀ ਕਰਨੀ, ਸਾਨੂੰ ਮੈਲਾਂ ਚਿੰਬੜੀਆਂ ਹੋਈਆਂ। ਇਵੇਂ ਇਹਦਾ ਮਤਲਬ ਇਹ ਨਹੀਂ ਆਪਣੇ ਆਪ ਨੂੰ ਜਿਹੜਾ ਹੈ ਆਪਾਂ ਇਨਫੀਰੀਅਰਿਟੀ ਕੰਪਲੈਕਸ ਵਿੱਚ ਲੈ ਜਾਣਾ, ਨਹੀਂ। ਇਹ ਬਹੁਤ ਇੱਕ ਅੱਛਾ ਫਾਰਮੂਲਾ ਹੈ। ਉਦੋਂ ਆਪਣੀਆਂ ਮੈਲਾਂ ਦੇਖੋ, ਆਪਣੇ ਆਪ ਨੂੰ ਦੇਖੋ ਵੀ ਅਸੀਂ ਕਿਹੋ ਜਿਹੇ ਹਾਂ। ਤਾਂ ਗੁਰ ਪ੍ਰਸਾਦ ਵਿਖਿਆ ਪਰ ਹਰੇ, ਮਨ ਕੀ ਵਾਸਨਾ ਮਨ ਤੇ ਡਰੇ। ਕਹਿੰਦੇ ਮਨ ਦੀ ਵਾਸਨਾ ਮਨ ਦੇ ਨਾਲ ਹੀ ਹਟਾਈ ਜਾਣੀ ਗੁਰੂ ਦੀ ਕਿਰਪਾ ਨਾਲ। ਮਤਲਬ ਵਿਚਾਰ ਸਾਡੇ ਅੰਦਰ ਮੇਲੇ ਜਦੋਂ ਉੱਠਦੇ ਨੇ, ਉਹਨੂੰ ਸ਼ੁਭ ਵਿਚਾਰਾਂ ਦੇ ਨਾਲ, ਗੁਰੂ ਦੀ ਬਾਣੀ ਦੇ ਨਾਲ, ਗੁਰਪ੍ਰਸਾਦ ਗੁਰੂ ਦੀ ਬਾਣੀ ਦੇ ਨਾਲ ਆਪਣੀਆਂ ਮੈਲਾਂ ਨੂੰ, ਆਪਣੀ ਨੈਗੇਟਿਵਿਟੀ ਨੂੰ, ਆਪਣੀਆਂ ਜਿਹੜੀਆਂ ਵੀ ਗੰਦੀਆਂ ਆਦਤਾਂ ਨੇ, ਉਹਨਾਂ ਨੂੰ, ਵਾਸਨਾਵਾਂ ਨੂੰ ਉਹਦੇ ਨਾਲ ਦੂਰ ਕਰਨਾ। ਮਨ ਕੀ ਵਾਸਨਾ ਮਨ ਤੇ ਡਰੇ, ਹੋਰ ਕੋਈ ਤਰੀਕਾ ਨਹੀਂ। ਸੋ ਮਨ ਨੂੰ ਮਨ ਦੇ ਨਾਲ ਹੀ ਸਾਫ਼ ਕਰਨਾ, ਮਤਲਬ ਵਿਚਾਰਾਂ ਨੂੰ ਵਿਚਾਰਾਂ ਦੇ ਨਾਲ ਹੀ ਸ਼ੁੱਧ ਕਰਨਾ, ਪਿਓਰ ਕਰਨਾ। ਫਿਰ ਕੀ ਹੋਗਾ, ਇੰਦਰੀ ਜਿੱਤ ਪੰਜ ਦੋਖ ਤੇ ਰਹਿਤ। ਫਿਰ ਤੇਰੀਆਂ ਇੰਦਰੀਆਂ ਤੇਰੀਆਂ ਜਿੱਤੀਆਂ ਜਾਓਗੀਆਂ, 5 ਦੋਖਾਂ ਤੋਂ ਤੂੰ ਦੂਰ ਹੋ ਜਾਏਗਾ। ਨਾਨਕ ਕੋਟ ਮੱਧ ਕੋ ਐਸਾ ਅਪਰਸ। ਮਹਾਰਾਜ ਕਹਿੰਦੇ ਆ ਲੇਕਿਨ ਕਰੋੜਾਂ ਵਿੱਚੋਂ ਕੋਈ ਇਹੋ ਜਿਹਾ ਹੁੰਦਾ ਹੈ ਜਿਹੜਾ ਬਿਲਕੁਲ ਨਿਰਲਿਪ ਹੋ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਂਦੇ ਨੇ। ਤੋ ਆਪਾਂ ਆਨੰਦ ਸਾਹਿਬ ਜੀ ਦੀ ਬਾਣੀ ਵਿੱਚ ਵੀ ਨਿੱਤ ਸਾਰੇ ਅਭਿਆਸੀ ਹੋ ਜਿਹੜੇ ਪੜ੍ਹਦੇ ਹੋ, ਮਹਾਰਾਜ ਨੇ ਨੇਤਰਾਂ ਨੂੰ ਕੀ ਕਿਹਾ, ਇਹ ਨਿਤਰੋ ਮੇਰਿਓ, ਇਹ ਸਰਬਣੋ ਮੇਰਿਓ ਹੈ। ਇਹ ਸਾਰਾ ਮਹਾਰਾਜ ਨੇ ਸਾਨੂੰ ਫਾਰਮੂਲੇ ਦੱਸੇ, ਅਸੀਂ ਪੜ੍ਹਦੇ ਹਾਂ, ਹੁਣ ਇਹਨਾਂ ਤੇ ਅਸੀਂ ਕੰਮ ਕਰਨਾ। ਸੋ ਮੇਨ ਅਸੀਂ 3 ਚੀਜ਼ਾਂ ਤੇ ਅਗਰ ਧਿਆਨ ਦੇਣ ਲੱਗ ਜਾਈਏ, ਸਭ ਤੋਂ ਪਹਿਲਾਂ ਆਪਣੀ ਜਿਹੜੀ ਸੋਚ ਹੈ, ਮਨ ਕੀ ਵਾਸਨਾ ਮਨ ਤੇ ਡਰੇ। ਅੰਦਰ ਜਿਹੜੀ ਸੋਚ ਮੈਲੀ ਚੱਲ ਰਹੀ, ਨੈਗੇਟਿਵ ਚੱਲ ਰਹੀ, ਇਹਨੂੰ ਸ਼ੁਭ ਵਿਚਾਰਾਂ ਦੇ ਨਾਲ, ਗੁਰੂ ਦੀ ਬਾਣੀ ਦੇ ਨਾਲ, ਨਾਮ ਜਪ ਕੇ ਇਹਨੂੰ ਜਿਹੜਾ ਸਾਫ਼ ਕਰਨਾ। ਦੂਸਰਾ ਆ ਗਿਆ ਸਾਡੀ ਬੋਲੀ। ਇਹਦੇ ਵਿੱਚ ਦੇਖੋ, ਅਗਰ ਆਪਾਂ ਗੰਦਾ ਬੋਲਦੇ ਹਾਂ, ਝੂਠ ਬੋਲਦੇ ਹਾਂ, ਚੁਗਲੀ ਨਿੰਦਿਆ ਕਰਦੇ ਹਾਂ, ਬੇਈਮਾਨੀ ਕਰਦੇ ਹਾਂ, ਬੋਲ ਕੇ ਧੋਖਾ ਕਰਦੇ ਹਾਂ, ਕਿਸੇ ਨੂੰ ਠੱਗੀ ਠੋਰੀ ਕਰਦੇ ਹਾਂ, ਸੋ ਜੋ ਕਿੰਨਾ ਬੋਲਣ ਦੇ ਨਾਲ ਜਿਹੜਾ ਇਹ ਅਸੀਂ ਕਰਮ ਜਿਹੜੇ ਸਾਡੇ, ਫਿਰ ਅਸੀਂ ਹੋਰ ਮੈਲੇ ਹੁੰਦੇ ਚਲੇ ਜਾਂਦੇ ਹਾਂ। ਤੀਸਰਾ ਆ ਗਿਆ ਸਾਡੇ ਐਕਸ਼ਨਸ ਦੇ ਥਰੂ ਜੋ ਵੀ ਅਸੀਂ ਬੁਰਾ ਕਰ ਦਿੰਦੇ ਹਾਂ। ਮੇਨ ਤਾਂ 3 ਚੀਜ਼ਾਂ, ਮਨ ਬਚ ਕਰਮ ਪ੍ਰਭ ਆਪਣਾ ਧਿਆਈ। ਸੋ ਤਿੰਨਾਂ ਦੇ ਦੁਆਰਾ ਆਪਣੇ ਆਪ ਨੂੰ ਸ਼ੁੱਧ ਕਰ ਸਕਦੇ ਹਾਂ, ਗੁਰੂ ਦੀ ਬਾਣੀ ਦੀ ਸਮੱਥ ਲੈ ਕੇ। ਬੇਅੰਤ ਨੇ ਬਾਣੀ ਸਾਰੀ ਸਾਨੂੰ ਜਿਹੜਾ ਹੈ ਖਾਲਸ ਬਣਾਉਣ ਵਿੱਚ ਲੈ ਕੇ ਜਾ ਰਹੀ, ਸਾਨੂੰ ਖਾਲਸਾ ਕਰ ਰਹੀ, ਸ਼ੁੱਧ ਕਰ ਰਹੀ, ਪਿਓਰ ਕਰ ਰਹੀ ਹੈ। ਸੋ ਅੱਜ ਤੋਂ ਅਸੀਂ ਸਾਰੇ ਜਾਣੇ ਆਪਣੇ ਆਪ ਨੂੰ ਚੈਲੰਜ ਵਿੱਚ ਲਵਾਂਗੇ, ਆਪਣੇ ਮਨ ਤੇ ਪਹਿਰਾ ਦੇਵਾਂਗੇ। ਇਹ ਮਨ ਕੀ ਵਾਸਨਾ ਮਨ ਤੇ ਡਰੇ। ਇਹ ਮਨ ਤੋਂ ਹੀ ਨੂੰ ਵਿਚਾਰ ਕੇ, ਆਪਣੀ ਮੈਲਾਂ ਦੇਖ ਕੇ, ਆਪਣਾ ਸੁਭਾਅ ਦੇਖ ਕੇ, ਆਪਣੀਆਂ ਆਦਤਾਂ ਦੇਖ ਕੇ ਉਹਨੂੰ ਅਸੀਂ ਬਦਲਾਂਗੇ। ਕਿਸੇ ਦੂਸਰੇ ਨੂੰ ਨਹੀਂ ਦੇਖਣਾ, ਸਿਰਫ ਆਪਣੇ ਆਪ ਨੂੰ ਸੁਧਾਰਨਾ, ਆਪਣੇ ਆਪ ਨੂੰ ਸ਼ੁੱਧ ਕਰਨਾ। ਇੱਥੇ ਅੱਜ ਅਸੀਂ ਕੰਮ ਕਰਾਂਗੇ। ਅੱਜ ਤੋਂ ਸ਼ੁਰੂ ਕਰ ਦਈਏ ਅਸੀਂ ਸਾਰੇ ਜਾਣੇ, ਬਸ ਆਪਣੇ ਆਪ ਨੂੰ ਸੈਲਫ ਚੈੱਕ ਕਰਦੇ ਰਵਾਂਗੇ। ਤਾਂ ਮਹਾਰਾਜ ਜੀ ਨੇ ਜਿਹੜਾ ਖਾਲਸਾ ਪੰਥ ਦੀ ਸਿਰਜਣਾ ਕੀਤੀ, ਮਹਾਰਾਜ ਜਿਹੜਾ ਫਿਰ ਖਾਲਸਾ ਹੈ ਉਹਨੂੰ ਮਹਾਰਾਜ ਜੀ ਕਿੰਨਾ ਪ੍ਰੇਮ ਕਰਦੇ ਨੇ। ਜਿਹੜਾ ਕਰੋੜਾਂ ਚ ਇੱਕ ਆ, ਮਹਾਰਾਜ ਨੇ ਕਿਹਾ ਉਹ ਸਾਰੇ ਨਹੀਂ ਹੋ ਸਕਦੇ ਖਾਲਸੇ। ਅਸੀਂ ਪੜ੍ਹਾਈ ਪੜ੍ਹ ਰਹੇ ਹਾਂ, ਕੋਈ ਵੀ ਸਾਡੇ ਵਿੱਚ ਹੋ ਸਕਦਾ। ਮਹਾਰਾਜ ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਤੋ ਇਹੋ ਜਿਹਾ ਜਿਹੜਾ ਸ਼ੁੱਧ ਪਿਓਰ ਜਿਹੜਾ ਹੈ, ਉਹਦੇ ਵਿੱਚ ਮਹਾਰਾਜ ਜੀ ਕਹਿੰਦੇ ਮੇਰਾ ਨਿਵਾਸ ਹੈ। ਉਹ ਗੁਰੂ ਦਾ ਹੀ ਰੂਪ ਹੋ ਗਿਆ, ਉਹ ਪਰਮਾਤਮਾ ਦਾ ਹੀ ਰੂਪ ਹੋ ਗਿਆ।
ਕਿੰਨਾ ਪ੍ਰੇਮ ਕਰਦੇ ਨੇ ਖਾਲਸੇ ਨੂੰ। ਖਾਲਸਾ ਮੇਰੀ ਪਿੰਡ ਪ੍ਰਾਨ, ਖਾਲਸਾ ਮੇਰੀ ਜਾਨ ਕੀ ਜਾਨ। ਮਹਾਰਾਜ ਕਹਿੰਦੇ ਖਾਲਸਾ ਮੇਰੋ ਇਸ਼ਟ ਸੁਹਿਰਦ, ਖਾਲਸਾ ਮੇਰੋ ਕਹੀਅਤ ਬਿਰਦ, ਖਾਲਸਾ ਮੇਰੋ ਸਤਿਗੁਰ ਪੂਰਾ। ਆਪਣੇ ਬਰਾਬਰ ਦਾ ਦਰਜਾ ਮਹਾਰਾਜ ਦੇ ਰਹੇ, ਕਹਿੰਦੇ ਮੇਰਾ ਪੂਰਾ ਸਤਿਗੁਰ ਹੈ। ਖਾਲਸਾ ਸਤਿਗੁਰ ਨੂੰ ਕਹਿ ਰਿਹਾ ਕਿ ਮੇਰਾ ਸਤਿਗੁਰ ਹੈ, ਲੇਕਿਨ ਮਹਾਰਾਜ ਕਹਿੰਦੇ ਖਾਲਸਾ ਮੇਰਾ ਸਤਿਗੁਰ ਪੂਰਾ, ਖਾਲਸਾ ਮੇਰਾ ਸਵਜਨ ਸੂਰਾ। ਹਉ ਖਾਲਸੇ ਕਾ ਖਾਲਸੋ ਮੇਰਾ, ਮੈਂ ਖਾਲਸੇ ਦਾ ਆ, ਖਾਲਸਾ ਮੇਰਾ ਹੈ। ਹੁਣ ਅਸੀਂ ਸਾਰੇ ਨਹੀਂ ਸਮਝ ਸਕਦੇ ਮਹਾਰਾਜ ਜੀ ਸਾਡੇ ਨੇ ਹੈ ਨੇ, ਸਾਡਾ ਕਲਿਆਣ ਕਾਰਨ ਹੈ, ਪਰ ਕਿਸ ਰੂਪ ਵਿੱਚ, ਪੂਰਨ ਰੂਪ ਵਿੱਚ ਗੁਰੂ ਕਦੋਂ ਸਾਡਾ ਹੋਵੇਗਾ, ਜਦੋਂ ਅਸੀਂ ਖੁਦ ਸਾਰੇ ਜਾਣੇ ਸ਼ੁੱਧ ਹੋ ਗਏ, ਪਿਓਰ ਹੋ ਗਏ, ਖਾਲਸ ਹੋ ਗਏ। ਸੋ ਆਪਣੀ ਆਪਣੀ ਯਾਤਰਾ ਅੱਜ ਅਸੀਂ ਸ਼ੁਰੂ ਕਰ ਦੇਣੀ ਆ, ਮੈਲਾਂ ਤੇ ਫੋਕਸ ਕਰਨਾ ਸ਼ੁਰੂ ਕਰ ਦੇਣਾ। ਮਹਾਰਾਜ ਜੀ ਕਹਿੰਦੇ ਰੋਮ ਰੋਮ ਜੇ ਰਸਨਾ ਪਾਉ, ਜੇ ਮੇਰੀ ਰੋਮ ਰੋਮ ਨੂੰ ਵੀ ਰਸਨ ਲੱਗ ਜਾਣ, ਤਦ ਵੀ ਮੈਂ ਖਾਲਸੇ ਦੇ ਗੁਣ ਗਾਉਂਦਾ ਰਵਾਂ। ਮਤਲਬ ਖਾਲਸੇ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ, ਜਿਵੇਂ ਗੁਰੂ ਦੇ ਗੁਣ ਨਹੀਂ ਬਿਆਨ ਕੀਤੇ ਜਾ ਸਕਦੇ, ਪਰਮਾਤਮਾ ਦੇ ਨਹੀਂ ਕੀਤੇ ਜਾ ਸਕਦੇ। ਸੋ ਇਹੋ ਜਿਹਾ ਇਹ ਮਨੁੱਖ ਨੂੰ ਮਹਾਰਾਜ ਨੇ ਖਾਲਸਾ ਬਣਾਉਣਾ ਚਾਹਿਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੱਜ ਤੱਕ ਬਣਾ ਰਹੇ ਨੇ। ਜਿਹੜਾ ਮਰਜੀ ਆਪਣੇ ਆਪ ਨੂੰ ਗੁਰੂ ਦੀ ਸਿੱਖਿਆ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅੱਗੇ ਸਮਰਪਿਤ ਹੋ ਕੇ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਗੇ ਸਮਰਪਿਤ ਹੋ ਕੇ, ਸਤਿਗੁਰਾਂ ਦੀਆਂ ਸਿੱਖਿਆਵਾਂ ਨੂੰ ਗੁਰੂ ਦੀ ਕਿਰਪਾ ਨਾਲ ਆਪਣੇ ਜੀਵਨ ਵਿੱਚ ਧਾਰਨ ਕਰਕੇ, ਕੋਈ ਵੀ ਸਰਬ ਸਾਂਝੇ ਗੁਰੂ ਦੇ ਅੱਗੇ ਨਤਮਸਤਕ ਹੋ ਕੇ ਆਪਣੇ ਆਪ ਨੂੰ ਸ਼ੁੱਧ, ਖਾਲਸ, ਪਿਓਰ ਕਰਨ ਲਈ ਗੁਰੂ ਦੀ ਸ਼ਰਨ ਵਿੱਚ ਆ ਸਕਦਾ ਹੈ। ਤਾਂ ਫਿਰ ਸਾਰੀਆਂ ਜਨਮਾਂ ਜਨਮਾਂ ਦੀਆਂ ਖੇਲਾਂ ਖਤਮ। ਆ ਜਿਹੜਾ ਕਰਮਾਂ ਵਿੱਚ ਉਲਝੇ ਪਏ ਹਾਂ, ਮਨ ਦੀਆਂ ਮੈਲਾਂ, ਤ੍ਰਿਸ਼ਨਾਵਾਂ, ਵਾਸ਼ਨਾਵਾਂ ਸਾਨੂੰ ਦੌੜਾਈ ਫਿਰਦੀਆਂ ਨੇ, ਇਹ ਸਾਰੀ ਖੇਲ ਗੁਰੂ ਨੇ ਖਤਮ ਕਰਕੇ ਰੱਖ ਦੇਣੀ ਹੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡ ਭਾਗੀ ਹੈ, ਸਤਿਗੁਰ ਸਿੱਖ ਕਾ ਹਲਤ ਪਲ ਸਵਾਰੇ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੇ। ਹੁਣ ਆ ਜਿਹੜੇ ਵਿਕਾਰ ਸਾਨੂੰ ਸਤਾਉਂਦੇ ਨੇ ਨਾ, ਇਹ ਗੁਰੂ ਫਿਰ ਕਿਰਪਾ ਕਰਕੇ ਜੀ ਦੀ ਸੰਭਾਲਣਾ ਕਰਦਾ, ਇਹਨਾਂ ਨੂੰ ਪਰੇ ਕਰਕੇ ਰੱਖ ਦਿੰਦਾ। ਇਹ ਗੁਰਪ੍ਰਸਾਦ ਅੱਜ ਸਾਡੀ ਸਾਰੀ ਸੰਗਤਾਂ ਦੀ ਬੇਨਤੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ, ਕਿ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਾਰੀ ਸੰਗਤ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੀ ਹੈ, ਦਾਤਾ ਜੀ ਸਾਨੂੰ ਸਾਰਿਆਂ ਦੇ ਹਿਰਦੇ ਵਿੱਚ ਉਹ ਨਾਮ ਜਾਗਰਤ ਕਰੋ ਦਾਤਾ ਜੀ, ਉਹ ਪੂਰਨ ਜੋਤ ਪਰਮਾਤਮਾ ਦੀ ਜਾਗਰਤ ਕਰੋ। ਸਾਨੂੰ ਸਾਰਿਆਂ ਨੂੰ, ਮੈਲਿਆਂ ਨੂੰ, ਕੁਚੈਲਿਆਂ ਨੂੰ ਦਾਤਾ ਜੀ, ਔਗਣਾ ਭਰਿਆਂ ਨੂੰ, ਗੁਨਾਹਾਂ ਵਾਲਿਆਂ ਨੂੰ, ਵਾਸਨਾਵਾਂ ਵਿਕਾਰਾਂ ਵਿੱਚ ਫਿਰਦਿਆਂ ਨੂੰ ਦਾਤਾ ਜੀ ਕੱਢ ਲਓ ਇਸ ਭਵ ਸਾਗਰ ਦੇ ਵਿੱਚੋਂ। ਇਸ ਭਵ ਵਿੱਚੋਂ ਕੱਢ ਕੇ ਸਾਨੂੰ ਸਾਰਿਆਂ ਨੂੰ ਖਾਲਸਾ ਬਣਾਓ, ਆਪਣਾ ਖਾਸ ਰੂਪ ਬਣਾਓ ਦਾਤਾ ਜੀ। ਐਸੀਆਂ ਰਹਿਮਤਾਂ ਕਰੋ ਦਾਤਾ ਜੀ। ਸਾਡੇ ਔਗਣ ਵਧੇਰੇ ਨੇ, ਸਾਡੇ ਗੁਨਾਹ ਵਧੇਰੇ ਨੇ ਦਾਤਾ ਜੀ, ਸਾਡੇ ਕਰਮ ਵੇਲੇ ਨੇ, ਪਰ ਆਪ ਜੀ ਦਾ ਬਖਸ਼ਿਸ਼ ਦਾ ਦਰ ਬਹੁਤ ਵੱਡਾ ਹੈ ਦਾਤਾ ਜੀ, ਬਹੁਤ ਵੱਡਾ ਹੈ। ਆਪਣੀ ਬਖਸ਼ਿਸ਼ ਕਰਕੇ ਬਖਸ਼ ਲਓ ਦਾਤਾ ਜੀ। ਸਾਨੂੰ ਸਾਰਿਆਂ ਨੂੰ ਆਪਣਾ ਖਾਸ ਰੂਪ ਖਾਲਸਾ ਬਣਾਓ ਦਾਤਾ ਜੀ। ਸਾਰੀ ਸੰਗਤ ਦੀਆਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਸੰਗਤ ਜੀ ਆਪ ਜੀ ਵੀ ਮੇਰੀਆਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਪ੍ਰੇਮ ਸਹਿਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।